ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦੁਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਤਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਵਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਸਿੱਖ ਆਇਓ ਨਾਮ ਕਿਦਾਰੀ, ਸਤਿਗੁਰ ਆਗੈ ਬਿਨੈ ਉਚਾਰੀ। ਕਾਮ ਕ੍ਰੋਧ ਮਹਿ ਜਲਤੋ ਜਗਤ, ਮੋਹਿ ਉਬਾਰ ਹੋ ਕਰ ਨਿਜ ਭਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਿਵਾਜ, ਕੋਟ ਬ੍ਰਹਮੰਡਾਂ ਦੇ ਸਾਈਂ, ਸ਼ਬਦਾ ਅਵਤਾਰ, ਚਵਰ ਛਤਰ ਤਖਤ ਦੇ ਮਾਲਕ, ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਧੰਨ 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 ਗੁਰੂ ਕਾ ਖਾਸ ਰੂਪ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਦੇ ਅਤਿਅੰਤ ਵਡਭਾਗਨ ਜੋ ਆਪ ਜੀ ਸ਼੍ਰੀ ਗੁਰ ਇਤਿਹਾਸ ਦੀ ਕਥਾ ਵੀਕਐਂਡ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੇਅੰਤ ਕਿਰਪਾ ਸਦਕਾ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠਾਂ ਤੋਂ ਉਪਰੰਤ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਭਾਈ ਬਖਸ਼ੀਸ਼ ਸਿੰਘ ਜੀ ਦੇ ਜੱਥੇ ਪਾਸੋਂ ਸੰਗਤ ਨੇ ਸਰਵਣ ਕੀਤੇ ਨੇ। ਆਓ ਹੁਣ ਕਿਵੇਂ ਗੁਰੂ ਅੰਗਦ ਦੇਵ ਮਹਾਰਾਜ, ਜਿਹੜੇ ਗੁਰੂ ਕੇ ਸਿੱਖ ਖੰਡੂਰ ਸਾਹਿਬ ਆ ਕੇ ਮਹਾਰਾਜ ਕੋਲ ਨਤਮਸਤਕ ਹੋਏ ਨੇ, ਉਹਨਾਂ ਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਗੁਰਬਾਣੀ ਦੇ ਰਾਹੀਂ, ਗੁਰ ਇਤਿਹਾਸ 'ਚੋਂ ਅਤੇ ਪਾਤਸ਼ਾਹ ਆਪਣੇ ਕਮਾਏ ਬਚਨ ਸੰਗਤਾਂ ਦੇ ਨਾਲ ਸਾਂਝੇ ਕਰ ਰਹੇ ਨੇ। ਆਓ ਬੜੇ ਪ੍ਰੇਮ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਆ ਗੁਰਮੰਤਰ ਜਪ ਕੇ ਪਾਵਨ ਪਵਿੱਤਰ ਕਰੋੜਾਂ ਜਨਮਾਂ ਦੇ ਮੈਲ ਨੂੰ ਕੱਟਣ ਵਾਲੀ ਕਥਾ, ਗੁਰ ਇਤਿਹਾਸ ਦੀ ਪਾਵਨ ਕਥਾ, ਉਹ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਆਖਣਾ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇਕ ਸਿੱਖ ਆਇਓ ਨਾਮ ਕਿਦਾਰੀ। ਇੱਕ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਜੀ ਕੋਲ ਭਾਈ ਕਿਦਾਰੀ ਨਾਮ ਦਾ ਸਿੱਖ ਸੱਚੇ ਪਾਤਸ਼ਾਹ ਦੇ ਕੋਲ ਉਪਦੇਸ਼ ਲੈਣ ਦੇ ਲਈ ਆਇਆ ਹੈ। ਸਤਿਗੁਰ ਆਗੈ ਬਿਨੈ ਉਚਾਰੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ ਕਾਮ ਕ੍ਰੋਧ ਮਹਿ ਜਲਤੋ ਜਗਤ। ਸੱਚੇ ਪਾਤਸ਼ਾਹ ਮਹਾਰਾਜ, ਇਹ ਸਾਰਾ ਹੀ ਜਿਹੜਾ ਸੰਸਾਰ ਹੈ ਉਹ ਪੰਜਾਂ ਵਿਕਾਰਾਂ ਦੇ ਅੰਦਰ ਗਰਕ ਹੋ ਰਿਹਾ। ਮਹਾਰਾਜ ਕਲਯੁਗ ਦੇ ਪ੍ਰਭਾਵ ਕਰਕੇ ਬਿਰਤੀ ਜਿਹੜੀ ਹੈ ਉਹ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦੇ ਅੰਦਰ ਬਾਰ-ਬਾਰ ਫੇਰ ਡੁੱਬਦੀ ਹੈ। ਜੇ ਕਿਤੇ ਚਿੱਤ ਕਰੀਏ ਭਜਨ ਦਾ, ਪਰ ਬਿਰਤੀ ਜਿਹੜੀ ਹੈ ਪੰਜਾਂ ਵਿਕਾਰਾਂ ਦੇ ਅੰਦਰ ਡੁੱਬਦੀ ਹੈ। ਮੋਹਿ ਉਬਾਰਹੁ ਨਿਜ ਘਰ ਭਗਤ। ਸੱਚੇ ਪਾਤਸ਼ਾਹ ਮਹਾਰਾਜ, ਕਲਯੁਗ ਦੇ ਅੰਦਰ ਤੁਹਾਡੀ ਭਗਤੀ ਬੜੀ ਉਜਲ ਹੈ। ਕਿਰਪਾ ਕਰੋ ਮਹਾਰਾਜ, ਮੈਨੂੰ ਇਸ ਪੰਜਾਂ ਵਿਕਾਰਾਂ ਦੀ ਅਗਨ ਤੋਂ ਬਚਾ ਲਓ। ਕਿਰਪਾ ਕਰੋ ਮਹਾਰਾਜ, ਆਪਣੀ ਸ਼ਰਨ 'ਚ ਰੱਖੋ ਗੁਰੂ ਅੰਗਦ ਦੇਵ ਮਹਾਰਾਜ ਜੀ। ਸਾਨੂੰ ਬੜੀ ਨਿਸ਼ਠਾ ਹੈ ਤੁਹਾਡੇ ਸ਼ਬਦ ਤੇ, ਸਾਨੂੰ ਬੜੀ ਭਾਵਨਾ ਹੈ ਮਹਾਰਾਜ ਤੁਹਾਡੇ ਤੇ। ਤੁਹਾਡੇ ਤੋਂ ਇਲਾਵਾ ਅਸੀਂ ਕਿਸੇ ਦੀ ਓਟ ਨਹੀਂ ਤੱਕੀ। ਕਿਰਪਾ ਕਰੋ ਮਹਾਰਾਜ, ਮੈਂ ਇੱਕ ਗਰੀਬ ਸਿੱਖ ਕਿਦਾਰੀ ਤੁਹਾਡੀ ਸ਼ਰਨ 'ਚ ਆਇਆ। ਮੈਨੂੰ ਪੰਜਾਂ ਵਿਕਾਰਾਂ ਤੋਂ ਕਿਰਪਾ ਕਰਕੇ ਪਾਤਸ਼ਾਹ ਬਚਾ ਲਓ। ਤਰਾਸ ਪਾਏ ਮੈਂ ਸ਼ਰਨ ਤਿਹਾਰੀ। ਸੱਚੇ ਪਾਤਸ਼ਾਹ ਮਹਾਰਾਜ, ਮੈਂ ਡਰ ਕੇ ਆਪ ਜੀ ਦੀ ਸ਼ਰਨ ਲਈ ਹੈ। ਮਹਾਰਾਜ, ਜਿਹੜੀ ਵਿਕਾਰਾਂ ਦੀ ਅਗਨ ਹੈ ਉਹ ਬਹੁਤ ਤੇਜ਼ ਹੈ। ਉਹ ਵਿਕਾਰਾਂ ਦੀ ਅਗਨ ਹਿਰਦੇ ਨੂੰ ਬੜਾ ਹੀ ਵਲੂੰਦਰ ਦਿੰਦੀ ਹੈ। ਉਹ ਤੁਹਾਡੇ ਭਜਨ ਨਾਲੋਂ ਮਨ ਨੂੰ ਤੋੜਦੀ ਹੈ। ਕਿਰਪਾ ਕਰੋ ਮਹਾਰਾਜ, ਮੈਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਦੇ ਕੇ ਪੰਜਾਂ ਵਿਕਾਰਾਂ ਤੋਂ, ਇਸ ਜਲਦੇ ਹੋਏ ਸਾਗਰ ਤੋਂ, ਜਿਹੜਾ ਅਗਨੀ ਦਾ ਸਾਗਰ ਹੈ ਵਿਕਾਰਾਂ ਦਾ, ਉਸ ਤੋਂ ਬਚਾ ਲਓ। ਆਨ ਭਰਿਓ ਦੇਹੋ ਆਸਰ ਭਾਰੀ। ਸੱਚੇ ਪਾਤਸ਼ਾਹ ਮਹਾਰਾਜ, ਭਾਰੀ ਭੁਜਾਨ ਕੋ ਭਾਰੀ ਪਰੋਸੋ। ਮਹਾਰਾਜ, ਤੁਹਾਡੀਆਂ ਭਾਰੀਆਂ ਭੁਜਾਵਾਂ ਦੇ ਉੱਤੇ ਸਾਨੂੰ ਬਹੁਤ ਭਾਰੀ ਭਰੋਸਾ ਹੈ। ਕਿਰਪਾ ਕਰੋ ਮਹਾਰਾਜ, ਤੁਸੀਂ ਆਪਣਾ ਉਪਦੇਸ਼ ਦਿਓ, ਕਿਉਂਕਿ ਤੁਹਾਡੇ ਤੋਂ ਇਲਾਵਾ ਅਸੀਂ ਕੋਈ ਆਸਰਾ ਨਹੀਂ ਤੱਕਿਆ। ਮਹਾਰਾਜ, ਸੰਸਾਰ ਦੇ ਪੰਜਾਂ ਵਿਕਾਰਾਂ ਦੀ ਅਗਨ ਸਾਡੀ ਭਗਤੀ ਦੀ ਪੂੰਜੀ ਨੂੰ ਖੋਹ ਰਹੀ ਹੈ। ਕਿਰਪਾ ਕਰੋ ਮਹਾਰਾਜ, ਮੈਨੂੰ ਆਪਣੀ ਸ਼ਰਨ 'ਚ ਰੱਖੋ। ਮੈਨੂੰ ਤੁਹਾਡੇ ਤੇ ਭਾਵਨਾ ਹੈ, ਤੁਸੀਂ ਮੇਰੀ ਰਕਸ਼ਾ ਕਰੋਗੇ। ਸੁਨ ਕੈ ਸ਼੍ਰੀ ਅੰਗਦ ਤਿਸ ਕਹਿਓ। ਸੱਚੇ ਪਾਤਸ਼ਾਹ ਦੀਨ ਦੁਨੀ ਦੇ ਸਾਈਂ ਗੁਰੂ ਨਾਨਕ ਪਾਤਸ਼ਾਹ ਦੀ ਦੂਸਰੀ ਜੋਤ ਖੰਡੂਰ ਸਾਹਿਬ ਦੇ ਅੰਦਰ ਜਗ ਰਹੀ ਹੈ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਬਚਨ ਉਚਾਰਦੇ ਨੇ। ਸਕਲ ਵਿਕਾਰਨ ਤੇ ਜਗ ਦਹਿਓ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਕਿਦਾਰੀ ਜੀ, ਵਾਕਈ ਤੁਹਾਡੀ ਗੱਲ ਠੀਕ ਹੈ। ਜਿੰਨਾ ਵੀ ਕਲਯੁਗੀ ਸੰਸਾਰ ਹੈ ਉਹ ਵਿਕਾਰਾਂ ਦੀ ਅਗਨ ਦੇ ਅੰਦਰ ਗਲਤਾਏਮਾਨ ਹੈ। ਜਿਮ ਦਉ ਲਗਿਓ ਮਹਾ ਸਭ ਬਨ ਕੋ। ਜਿਸ ਤਰ੍ਹਾਂ ਜੰਗਲ ਦੇ ਅੰਦਰ ਦਾਵਾ ਅਗਨ ਜਦੋਂ ਲੱਗ ਜਾਂਦੀ ਹੈ, ਖਾਲਸਾ ਜੀ, ਦਾਵਾ ਅਗਨ ਉਹ ਹੁੰਦੀ ਹੈ ਜਦੋਂ ਇੱਕ ਬਾਂਸ ਦੂਸਰੇ ਬਾਂਸ ਨਾਲ ਘਿਸੜਦਾ ਹੈ, ਉਹਦੀ ਅਗਨੀ ਦੇ ਨਾਲ ਉਹ ਅੱਗ ਪੂਰੇ ਜੰਗਲ ਦੇ ਅੰਦਰ ਫੈਲ ਜਾਂਦੀ ਹੈ। ਵਣ ਤ੍ਰਿਣ ਸਾਰੇ ਹੀ, ਜਿੰਨਾ ਜੰਗਲ ਹੈ ਉਹ ਸਾਰਾ ਹੀ ਜਲ ਜਾਂਦਾ ਹੈ। ਉਹ ਜੰਗਲ ਦੀ ਜਿਹੜੀ ਅਗਨ ਹੁੰਦੀ ਹੈ ਉਸ ਕਰਕੇ ਸਾਰੇ ਜਾਨਵਰ ਭੱਜਦੇ ਨੇ, ਤੇ ਉਹ ਜਿਹੜੀ ਅਗਨ ਹੈ ਉਹ ਕਾਫੀ ਨੁਕਸਾਨ ਕਰ ਦਿੰਦੀ ਹੈ, ਜਾਨੀ ਤੇ ਮਾਲੀ ਨੁਕਸਾਨ। ਕਿਉਂਕਿ ਜੰਗਲ ਦੇ ਅੰਦਰ ਬੜੀ ਕੀਮਤੀ ਲੱਕੜਾਂ ਵੀ ਨੇ, ਚੰਦਨ ਵਰਗੀਆਂ। ਜੰਗਲ ਦੇ ਅੰਦਰ ਬੜੇ ਬੜੇ ਭਾਰੀ ਜਾਨਵਰ ਨੇ। ਉਹ ਸਾਰਿਆਂ ਨੂੰ ਹੀ ਉਹ ਦਾਵਾ ਜਿਹੜੀ ਅਗਨ ਹੈ ਨਾਸ਼ ਕਰ ਦਿੰਦੀ ਹੈ। ਫਾਂਦ ਜਾਤ ਮ੍ਰਿਗ ਕਰ ਬਲ ਤਨ ਕੋ। ਪਰ ਜਿਹੜਾ ਹਿਰਨ ਹੁੰਦਾ ਨਾ ਉਹ ਬਹੁਤ ਤੇਜ਼ ਭੱਜਦਾ, ਤੇ ਉਹਦੇ ਜਿਹੜੇ ਪੈਰ ਦਾ ਖੁਰ ਹੁੰਦਾ ਉਹ ਪਤਲਾ ਜਿਹਾ ਹੁੰਦਾ। ਉਹ ਜੰਗਲ ਦੀ ਅਗਨ ਤੋਂ ਆਪਣੇ ਆਪ ਨੂੰ ਬਚਾਉਂਦਾ 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 ਭੱਜਣ ਲੱਗਦਾ ਹੈ। ਮਹਾ ਤਪਤ ਤੇ ਸਲਤਾ ਮਾਹੀ। ਉਹ ਦੇਖਦਾ ਹੈ ਕਿੱਥੇ ਨਦੀ ਵਗ ਰਹੀ ਹੈ ਜਾਂ ਕਿਤੇ ਕੋਈ ਜਲ ਦਾ ਛੱਪੜ ਹੈ, ਜਿੱਥੇ ਹਿਰਨ ਪਾਣੀ ਪੀਣਾ ਹੁੰਦਾ ਹੈ ਰੋਜ਼ ਜਾਂਦਾ ਹੈ, ਜਾਂ ਜਿੱਥੇ ਨਦੀ ਵਗ ਰਹੀ ਹੁੰਦੀ ਹੈ। ਉਹ ਜੰਗਲ ਦੀ ਦਾਵਾ ਅਗਨ ਤੋਂ ਬਚਣ ਦੇ ਲਈ
ਉਸ ਦੇ ਅੰਦਰ ਜਿੱਥੇ ਸ਼ੀਤਲ ਜਲ ਹੁੰਦਾ ਹੈ ਛਲਾਂਗ ਮਾਰ ਲੈਂਦਾ ਹੈ। ਜਾਏ ਪ੍ਰਵੇਸ਼ ਹੈ ਸੁਖ ਬਹੁ ਪਾਹੀ। ਜਦੋਂ ਜਲ ਦੇ ਅੰਦਰ ਹਿਰਨ ਚਲਾ ਜਾਂਦਾ ਹੈ ਉਸ ਨੂੰ ਦਾਵਾ ਅਗਨ ਤੋਂ ਬੜੀ ਸ਼ਾਂਤੀ ਮਿਲਦੀ ਹੈ। ਕਿਉਂ? ਕਿਉਂਕਿ ਜੰਗਲ ਦੀ ਅਗਨ ਨੇ ਉਸਦੇ ਪ੍ਰਾਣਾਂ ਨੂੰ ਨਸ਼ਟ ਕਰ ਦੇਣਾ ਸੀ, ਪਰ ਸ਼ੀਤਲ ਜਲ ਨੇ ਉਸਨੇ ਪ੍ਰਾਣਾਂ ਨੂੰ ਬਚਾ ਲਿਆ ਹੈ। ਤਿਮ ਜਗ ਜਲਤ ਦੇਖ ਕਰ ਤਿਆਗੋ। ਉਸੀ ਪ੍ਰਕਾਰ ਭਾਈ ਕੇਦਾਰੀ ਜੀ, ਜਿਸ ਤਰ੍ਹਾਂ ਜੰਗਲ ਦੀ ਅਗਨ ਵ੍ਰਿਕਸ਼ ਨੂੰ ਤੇ ਜਾਨਵਰਾਂ ਨੂੰ ਜਲਾ ਦਿੰਦੀ ਹੈ, ਜਿਹੜੀ ਕਲਯੁਗ ਦੇ ਵਿਕਾਰਾਂ ਦੀ ਅਗਨ ਹੈ ਉਹ ਵਿਅਕਤੀਆਂ ਦੇ ਅੰਦਰ ਦੀ ਭਗਤੀ ਨੂੰ, ਭਜਨ ਨੂੰ, ਇੱਥੇ ਤੱਕ ਕਿ ਉਹ ਵਿਕਾਰਾਂ ਦੀ ਅਗਨ ਪਾਪਾਂ ਨੂੰ ਹੋਰ ਭੜਕਾਉਂਦੀ ਹੈ। ਜਿਸ ਤਰ੍ਹਾਂ ਅਗਨੀ 'ਚ ਘਿਓ ਪੈਂਦਾ ਹੈ ਤੇ ਜਿਸ ਤਰ੍ਹਾਂ ਜੰਗਲ ਦੇ ਵ੍ਰਿਕਸ਼ ਸੜ ਜਾਂਦੇ ਨੇ, ਮਨੁੱਖ ਦਾ ਭਜਨ ਬੰਦਗੀ ਸੜ ਜਾਂਦਾ ਹੈ। ਮਿਲ ਸਤ ਸੰਗਤ ਸੇਵਾ ਲਾਗੇ। ਪਰ ਜਿਹੜੇ ਵਿਅਕਤੀ ਹਿਰਨ ਦੀ ਤਰ੍ਹਾਂ ਸ਼ੀਤਲ ਜਲ ਦਾ ਆਸਰਾ ਲੈਣਾ ਚਾਹੁੰਦੇ ਨੇ, ਉਹ ਭਜਨ ਬੰਦਗੀ ਕਲਯੁਗ ਦੇ ਅੰਦਰ ਵਾਹਿਗੁਰੂ 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 ਸਿਮਰਨ ਦਾ ਸਹਾਰਾ ਲੈਂਦੇ ਨੇ, ਗੁਰੂ ਦੀ ਸੇਵਾ ਕਰਦੇ ਨੇ, ਭਜਨ ਬੰਦਗੀ ਦੇ ਅੰਦਰ ਆਪਣਾ ਸਮਾਂ ਬਤੀਤ ਕਰਦੇ ਨੇ। ਉਹ ਜਿਸ ਤਰ੍ਹਾਂ ਹਿਰਨ ਜੰਗਲ ਦੀ ਅੱਗ ਤੋਂ ਡਰਦਾ ਸ਼ੀਤਲ ਜਲ ਦਾ ਆਸਰਾ ਲੈ ਲੈਂਦਾ ਹੈ ਤੇ ਬਚ ਜਾਂਦਾ ਹੈ, ਉਸੀ ਪ੍ਰਕਾਰ ਕਲਯੁਗੀ ਜੀਵ ਵੀ ਜੇ ਵਿਕਾਰਾਂ ਦੀ ਅਗਨ ਤੋਂ ਬਚਣਾ ਚਾਹੁੰਦੇ ਨੇ ਤੇ ਵਾਹਿਗੁਰੂ ਦੇ ਨਾਮ ਦਾ ਸਹਾਰਾ ਲੈ ਲੈਣ, ਪੰਜਾਂ ਵਿਕਾਰਾਂ ਦੀ ਅਗਨ ਤੋਂ ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਸਕਲ ਵਿਕਾਰਨ ਤਪਤ ਬਿਨਾਸ਼ੇ। ਸਾਰਾ ਹੀ ਜਿਹੜਾ ਸੰਸਾਰ ਹੈ ਉਹ ਵਿਕਾਰਾਂ ਦੀ ਅਗਨ ਦੇ ਅੰਦਰ ਜਲ ਰਿਹਾ ਹੈ। ਸੀਤਲਤਾ ਗੁਰ ਸ਼ਬਦ ਪ੍ਰਕਾਸ਼ੇ। ਵਾਹਿਗੁਰੂ 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 ਵਾਹਿਗੁਰੂ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਤੇ ਇਸ ਵਿਕਾਰਾਂ ਦੀ ਜਲਦੀ ਹੋਈ ਅਗਨ ਦੇ ਅੰਦਰ ਮਨ ਨੂੰ ਸ਼ੀਤਲ ਕਰਨ ਵਾਲਾ ਅਤੇ ਵਿਸ਼ੇ ਵਿਕਾਰਾਂ ਦੇ ਉੱਤੇ ਪਾਣੀ ਪਾਣ ਵਾਲਾ ਕੰਮ ਵਾਹਿਗੁਰੂ ਦਾ ਨਾਮ ਕਰਦਾ ਹੈ। ਵਾਹਿਗੁਰੂ 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 ਜਪਣ ਵਾਲਾ ਵਿਅਕਤੀ ਹਿਰਦੇ ਤੋਂ ਵੀ ਸ਼ਾਂਤ ਹੋ ਜਾਂਦਾ ਹੈ, ਤਨ ਤੋਂ ਵੀ ਸ਼ਾਂਤ ਹੋ ਜਾਂਦਾ ਹੈ ਤੇ ਉਸ ਨੂੰ ਵਿਸ਼ੇ ਵਿਕਾਰਾਂ ਦੀ ਅਗਨ ਨਹੀਂ ਜਲਾ ਪਾਉਂਦੀ। ਵਾਹਿਗੁਰੂ ਦਾ ਨਾਮ ਇੰਨਾ ਪਵਿੱਤਰ ਹੈ, ਵਾਹਿਗੁਰੂ ਦਾ ਨਾਮ ਇੰਨਾ ਮਿੱਠਾ ਹੈ, ਵਾਹਿਗੁਰੂ ਦਾ ਨਾਮ ਇੰਨਾ ਜ਼ਿਆਦਾ ਠੰਡ ਪਹੁੰਚਾਉਣ ਵਾਲਾ ਹੈ। ਜਿਹੜਾ ਵੀ ਵਿਅਕਤੀ ਵਾਹਿਗੁਰੂ ਦਾ ਨਾਮ ਜਪ ਲੈਂਦਾ ਹੈ, ਉਹ ਵਾਹਿਗੁਰੂ ਦੇ ਨਾਮ ਜਪਣ ਕਰਕੇ ਨਾ ਕੇਵਲ ਇਸ ਲੋਕ ਦੇ ਅੰਦਰ ਸੁਖ ਪ੍ਰਾਪਤ ਕਰਦਾ ਹੈ, ਵਿਸ਼ੇ ਵਿਕਾਰਾਂ ਦੀ ਅਗਨ ਤੋਂ ਛੁੱਟ ਜਾਂਦਾ ਹੈ, ਪਰ ਉਹ ਪਰਲੋਕ ਦੇ ਅੰਦਰ ਵੀ ਵਾਹਿਗੁਰੂ ਦਾ ਨਾਮ ਉਸ ਨੂੰ ਮੁਕਤੀ ਦਿਲਵਾ ਦਿੰਦਾ ਹੈ। ਗੁਰਬਾਣੀ ਕੋ ਕਰਤ ਵਿਚਾਰਨ। ਜਿਹੜੇ ਵਿਅਕਤੀ ਗੁਰਬਾਣੀ ਦਾ ਵਿਚਾਰ ਕਰਦੇ ਨੇ, ਪਰਮੇਸ਼ਵਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ। ਸੰਤੋਹ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਵਰ ਰਵ ਰਿਆ ਸਭ ਨੀ ਜਾਈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਜਿਹੜਾ ਧੁਰ ਦੀ ਬਾਣੀ ਦੀ ਓਟ ਲੈਂਦਾ ਹੈ, ਜਿੱਥੋਂ ਬਾਣੀ ਆਈ ਹੈ ਨਾ ਧੁਰ ਤੋਂ, ਉਹ ਵਿਅਕਤੀ ਨੂੰ ਧੁਰ 'ਚ ਹੀ ਲੈ ਜਾਂਦੀ ਹੈ, ਸੱਚਖੰਡ ਦੇ ਅੰਦਰ ਸਥਾਨ ਪ੍ਰਾਪਤ ਹੋ ਜਾਂਦਾ। ਵਾਹਿਗੁਰੂ 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 ਜਪਨ ਦੇ ਨਾਲ ਗੁਰਬਾਣੀ ਦੇ ਅੰਦਰ ਵੀ ਪ੍ਰੀਤ ਵੱਜ ਜਾਂਦੀ ਹੈ। ਮੂਲ ਮੰਤਰ ਦਾ ਪਾਠ ਕਰਨ ਨਾਲ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
ਜਿਹੜਾ ਵਿਅਕਤੀ ਗੁਰੂ ਦੀ ਬਾਣੀ ਦਾ ਓਟ ਆਸਰਾ ਲੈਂਦਾ ਹੈ, ਵਾਹਿਗੁਰੂ ਮੰਤਰ ਨੂੰ ਜਪਦਾ ਹੈ, ਉਹ ਇਹ ਸੰਸਾਰ ਦੇ ਵਿਸ਼ੇ ਵਿਕਾਰਾਂ ਦੀ ਅਗਨ ਤੋਂ ਮੁਕਤ ਹੋ ਜਾਂਦਾ ਹੈ। ਗਿਆਨ ਸੀਤ ਲਹਿ ਮੋਹ ਨਿਵਾਰਨ। ਤੇ ਜਿਹੜੀ ਗੁਰਬਾਣੀ ਹੈ ਉਹ ਕੀ ਪ੍ਰਾਪਤ ਕਰਾਂਦੀ ਹੈ? ਗਿਆਨ ਦੀ ਪ੍ਰਾਪਤੀ ਕਰਾਂਦੀ ਹੈ। ਮਨ ਸਮਝਾਵਣ ਕਾਰਨ ਹੈ ਕਛੁਕ ਪੜੀਐ ਗਿਆਨ। ਉਹ ਵਾਹਿਗੁਰੂ ਮੰਤਰ ਜਪਿਆ ਹੋਇਆ ਪਰਮ ਗਤੀ ਨੂੰ ਤੇ ਪ੍ਰਾਪਤ ਕਰਵਾ ਹੀ ਦਿੰਦਾ ਹੈ, ਤੇ ਫਿਰ ਹਿਰਦੇ ਦੇ ਅੰਦਰ ਗਿਆਨ ਵੀ ਦੇ ਦਿੰਦਾ ਹੈ। ਪੰਕਤੀ ਦੁਬਾਰਾ ਪੜੋ ਜੀ। ਗਿਆਨ ਸੀਤ ਲਹਿ ਮੋਹ ਨਿਵਾਰਨ। ਗੁਰਬਾਣੀ ਅੰਦਰ ਹਿਰਦੇ ਦੇ ਅੰਦਰ ਸ਼ੀਤਲਤਾ ਦਾ ਗਿਆਨ ਪ੍ਰਾਪਤ ਕਰਾ ਦਿੰਦੀ ਹੈ। ਵਾਹਿਗੁਰੂ ਦੀ ਗੁਰਬਾਣੀ, ਪੰਜਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਹਿਰਦੇ ਨੂੰ ਸ਼ਾਂਤ ਕਰ ਦਿੰਦੀ ਹੈ ਤੇ ਮੋਹ ਨੂੰ ਨਿਵਾਰ ਕੇ ਹਿਰਦੇ 'ਚ ਪ੍ਰੇਮ ਦਾ ਵਾਸਾ ਦੇ ਦਿੰਦੀ ਹੈ। ਜਿਹੜਾ ਵੈਰ, ਸਭ ਤੋਂ ਵੱਡਾ ਵੈਰੀ ਮੋਹ ਹੈ ਨਾ, ਖਾਲਸਾ ਜੀ, ਜਦੋਂ ਕਾਮ ਕਿਸੇ ਨੂੰ ਤੰਗ ਕਰਦਾ ਹੈ, ਕਾਮ ਸਾਹਮਣੇ ਦਿਖਦਾ ਹੈ, ਉਹਦੀ ਹਰਕਤਾਂ ਤੋਂ ਪਤਾ ਲੱਗ ਜਾਂਦਾ ਇਹਨੂੰ ਕਾਮ ਚੜਿਆ। ਜਦੋਂ ਕਿਸੇ ਨੂੰ ਕ੍ਰੋਧ ਤੰਗ ਕਰਦਾ, ਉਸਦੇ ਨੇਤਰ ਲਾਲ ਹੋ ਜਾਂਦੇ ਨੇ। ਤੇ ਜਦੋਂ ਕਿਸੇ ਨੂੰ ਲੋਭ ਹੁੰਦਾ ਵੀ ਮੈਨੂੰ ਆਹ ਵੀ ਪ੍ਰਾਪਤ ਹੋ ਜਾਵੇ, ਉਹ ਵੀ ਪ੍ਰਾਪਤ ਹੋ ਜਾਵੇ, ਉਸ ਨੂੰ ਲੋਭ ਚਿੰਮੜਦਾ, ਉਹ ਵੀ ਦਿਖ ਜਾਂਦਾ ਵੀ ਇਹ ਲੋਭੀ ਹੋ ਗਿਆ। ਪਰ ਮੋਹ ਜਿਹੜਾ ਹੈ ਨਾ, ਉਹ ਸਵੀਟ ਪੋਇਜ਼ਨ ਹੈ, ਉਹ ਮਿੱਠਾ ਜ਼ਹਿਰ ਹੈ। ਮੋਹ ਪਤਾ ਨਹੀਂ ਲੱਗਦਾ ਕਦੋਂ ਆ ਜਾਂਦਾ ਬੰਦੇ ਨੂੰ। ਵੱਡੇ ਵੱਡਿਆਂ ਨੂੰ ਮੋਹ ਢਾ ਲੈਂਦਾ, ਤੇ ਜਦੋਂ ਮੋਹ ਢਾ ਲੈਂਦਾ ਤੇ ਉਹ ਭਜਨ ਬੰਦਗੀ ਸਾਰੀ ਗਰਕ ਕਰਨ ਲੱਗ ਜਾਂਦਾ। ਜਿਹੜਾ ਮੋਹ ਹੈ ਉਹ ਬੜਾ ਹੀ ਭੈੜਾ ਹੈ, ਪਰ ਉਸ ਮੋਹ ਦੇ ਜੰਜਾਲ ਨੂੰ ਕੱਟਣ ਦੇ ਲਈ ਕੀ ਹੈ? ਵਾਹਿਗੁਰੂ ਦੀ ਬਾਣੀ। ਗੁਰੂ ਦੀ ਬਾਣੀ। ਜਿਹੜਾ ਵਿਅਕਤੀ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ, ਮੈਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੂਰ ਕਰ ਦਿਓ, ਮੈਨੂੰ ਗੁਰਬਾਣੀ ਪੜ੍ਹਾ ਲਿਓ। ਜਿਹੜਾ ਵਿਅਕਤੀ ਗੁਰਬਾਣੀ ਪੜ੍ਹਦਾ ਹੈ ਨਾ, ਉਹਦੇ ਪੰਜੇ ਵਿਕਾਰ ਕਾਬੂ 'ਚ ਆ ਜਾਂਦੇ ਨੇ, ਉਹਦੇ ਵੱਸ 'ਚ ਆ ਜਾਂਦੇ ਨੇ। ਇਸ ਗੱਲ ਦੀ ਸੋਝੀ ਗੁਰੂ ਦੀ ਸੰਗਤ ਦੇ ਅੰਦਰ ਹੁੰਦੀ ਹੈ। ਸੁਨ ਕਰ ਗੁਰ ਉਪਦੇਸ਼ ਕਿਦਾਰੀ। ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਉਪਦੇਸ਼ ਲੈ ਕੇ ਕਿਦਾਰੀ ਬਹੁਤ ਨਿਹਾਲ ਹੋਏ। ਦ੍ਰਿੜ ਕੀ ਨਸ ਔਰ ਬਹੁ ਨਿਰਤਾਰੀ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਬਚਨ ਕਮਾਉਣ ਨੂੰ ਦਿੱਤੇ ਨੇ, ਜਿਸ ਹੈ ਤੁਮ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ। ਜਿਸ ਨੂੰ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰ ਦਿੰਦੇ ਨੇ ਨਾ, ਆਪਣੇ ਦਰਸ਼ਨ ਦੇ ਦਿੰਦੇ ਨੇ, ਗੁਰਬਾਣੀ ਪੜ੍ਹਾਉਣ ਲੱਗ ਜਾਂਦੇ ਨੇ, ਉਹ ਖਾਲਸਾ ਜੀ ਫਿਰ ਸੰਗਤ ਦੇ ਪਿੱਛੇ ਲੱਗ ਜਾਂਦਾ, ਸੰਗਤ ਦੇ ਕਿਲੇ ਦੇ ਅੰਦਰ ਰਹਿੰਦਾ। ਜਿਸ ਵਿਅਕਤੀ ਦਾ ਕਿੱਥੋਂ ਵੀ ਕਾਮ ਦੂਰ ਨਾ ਹੋ ਰਿਹਾ ਹੋਵੇ, ਉਹ ਸੰਗਤ ਦੇ ਕਿਲੇ 'ਚ ਆ ਜਾਵੇ। ਸੰਗਤ ਦਾ ਜਿਹੜਾ ਕਿਲਾ ਹੈ ਨਾ, ਉਹ ਇੰਨਾ ਪੱਕਾ ਹੈ, ਇੰਨਾ ਦ੍ਰਿੜ ਹੈ, ਉਹਦੇ ਅੰਦਰ ਕਾਮ ਐਂਟਰੀ ਨਹੀਂ ਲੈ ਸਕਦਾ। ਸੰਗਤ ਦੇ ਕਿਲੇ ਦੇ ਅੰਦਰ ਜਿਹੜਾ ਕ੍ਰੋਧ ਹੈ ਉਹ ਉੱਥੇ ਨਹੀਂ ਆ ਸਕਦਾ। ਅਹੰਕਾਰ ਸੰਗਤ ਉਸ ਨੂੰ ਵੀ ਖਤਮ ਕਰ ਦਿੰਦੀ ਹੈ। ਪਰ ਜਿਹੜਾ ਵਿਅਕਤੀ ਸੰਤਾਂ ਦੀ ਸ਼ਰਨ ਦੇ ਨਾਲ ਸੰਗਤ ਵਿੱਚ ਆਵੇ, ਜਿਸ ਨੂੰ ਮਹਾਰਾਜ ਕਿਰਪਾ ਕਰ ਦੇਣ, ਪੂਰਨ ਸਾਧੂ ਦੀ ਸ਼ਰਨ ਪ੍ਰਾਪਤ ਹੋ ਜਾਵੇ, ਜਿਸ ਨੂੰ ਕਿਰਪਾ ਹੋ ਜਾਵੇ, ਸੰਤਾਂ ਦੀ ਧੂੜ ਪ੍ਰਾਪਤ ਹੋ ਜਾਵੇ, ਉਹ ਫਿਰ ਸੰਗਤ ਦੇ ਅੰਦਰ ਰਹਿੰਦਾ। ਵਾਹਿਗੁਰੂ 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 ਮੰਤਰ ਨੂੰ ਜਪਦਾ ਹੈ। ਵਾਹਿਗੁਰੂ ਮੰਤਰ ਨੂੰ ਹਿਰਦੇ ਦ੍ਰਿੜ ਕਰਦਾ ਹੈ। ਸੰਗਤ ਦੇ ਅੰਦਰ ਬੈਠ ਕੇ ਗੁਰਮੰਤਰ ਜਪਣ ਦੇ ਨਾਲ ਮਨ ਦੇ ਅੰਦਰ ਪਵਿੱਤਰਤਾ ਆ ਜਾਂਦੀ ਹੈ। ਮੁਕਤੀ ਦੇ ਵੱਲ ਮਨ ਪ੍ਰੇਰਿਤ ਹੋਣ ਲੱਗ ਜਾਂਦਾ ਹੈ। ਦੁਨਿਆਵੀ ਪਦਾਰਥਾਂ ਤੋਂ ਮੋਹ ਟੁੱਟ ਕੇ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੀ ਬਾਣੀ ਨਾਲ ਪ੍ਰੀਤੀ ਪੈ ਜਾਂਦੀ ਹੈ। ਅੰਮ੍ਰਿਤ ਵੇਲੇ ਜਾਗਣੇ ਦਾ ਦਿਲ ਕਰਦਾ, ਭਜਨ ਬੰਦਗੀ ਕਰਨ ਦਾ ਜੀ ਕਰਦਾ, ਗੁਰੂ ਦਾ ਹੁਕਮ ਮੰਨਣ ਦਾ ਜੀ ਕਰਦਾ, ਭਾਣਾ ਮੰਨਣ, ਭਾਣੇ ਦੇ ਅੰਦਰ ਰਹਿਣ ਦਾ ਜੀ ਕਰਦਾ। ਗੁਰੂ ਪਾਤਸ਼ਾਹ ਮਹਾਰਾਜ ਦੀ ਜੋ ਬਾਣੀ ਹੈ ਉਹ ਇੰਨੀ ਕਿਰਪਾ ਕਰ ਦਿੰਦੀ ਹੈ। ਗੁਰੂ ਮਹਾਰਾਜ ਦੀ ਬਾਣੀ ਦੇ ਅੰਦਰ ਬੜੀ ਤਾਕਤ ਹੈ। ਜਿਹੜਾ ਕਾਜ ਕਿੱਥੇ ਨਾ ਸਿੱਧ ਹੁੰਦਾ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਅਰਦਾਸ ਕਰੀਏ, ਸੱਚੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਸਾਡਾ ਕੌਣ ਹੈ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਸਾਰੇ ਕਾਜ ਸਿੱਧ ਹੋ ਜਾਂਦੇ ਨੇ।
ਗੁਰੂ ਪਾਤਸ਼ਾਹ ਮਹਾਰਾਜ ਸਾਰੇ ਸੁੱਖਾਂ ਨੂੰ ਦੇਣ ਵਾਲੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਸਾਰੀ ਇੱਛਾਵਾਂ ਨੂੰ ਪੂਰਨ ਕਰਨ ਵਾਲੇ ਨੇ, ਸਾਰੇ ਸੁੱਖਾਂ ਨੂੰ ਦੇਣ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਜਿਹੜੀ ਕਾਮ ਧੇਨ ਗਊ ਚਾਰ ਪਦਾਰਥ ਦਿੰਦੀ ਹੈ ਨਾ, ਉਹ ਵੀ ਗੁਰੂ ਪਾਤਸ਼ਾਹ ਮਹਾਰਾਜ ਦੇ ਵਸ 'ਚ। ਸਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਗੁਰਬਾਣੀ ਨੂੰ ਪੜ੍ਹਦਾ ਹੈ, ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ ਅਤੇ ਗੁਰੂ ਦੀ ਸੰਗਤ ਦੇ ਅੰਦਰ ਬੈਠ ਕੇ ਪ੍ਰੇਮ ਦੇ ਨਾਲ ਕਥਾ ਕੀਰਤਨ ਸੁਣਦਾ ਹੈ, ਗੁਰੂ ਦਾ ਪਾਠ ਸੁਣਦਾ ਹੈ। ਭਾਈ ਕੇਦਾਰਾ ਜੀ ਇਹ ਉਪਦੇਸ਼ ਲੈ ਕੇ ਦ੍ਰਿੜ ਕੀ ਨਸ ਔਰ ਬਹੁ ਨਿਰਤਾਰੀ। ਭਾਈ ਕੇਦਾਰਾ ਜੀ ਨੇ ਇਹ ਉਪਦੇਸ਼ ਨੂੰ ਹਿਰਦੇ ਦੇ ਅੰਦਰ ਦ੍ਰਿੜ ਕਰ ਲਿਆ। ਖਾਲਸਾ ਜੀ ਧੰਨ ਨੇ ਉਹ ਗੁਰੂ ਕੇ ਸਿੱਖ ਜਿਹੜੇ ਗੁਰੂ ਪਾਤਸ਼ਾਹ ਦੇ ਸ਼੍ਰੀ ਕੰਠ ਤੋਂ ਉਪਦੇਸ਼ ਲੈਂਦੇ ਨੇ, ਧੰਨ ਨੇ। ਤੇ ਧੰਨ ਨੇ ਉਹਦੇ ਬਾਅਦ ਉਸ ਉਪਦੇਸ਼ ਨੂੰ ਕਮਾ ਕੇ ਹਿਰਦੇ ਦੇ ਅੰਦਰ ਵਸਾ ਕੇ ਦ੍ਰਿੜ ਕਰਕੇ ਰੱਖਦੇ ਨੇ। ਦ੍ਰਿੜ ਪਤਾ ਕੀ ਚੀਜ਼ ਹੁੰਦੀ ਹੈ? ਜਿਸ ਤਰ੍ਹਾਂ ਐਨਵਿਲ ਹੁੰਦੀ ਹੈ ਨਾ, ਜਿੱਤੇ ਉੱਤੇ ਲੋਹਾ ਕੁੱਟਦਾ, ਐਹਰਨ ਕਹਿੰਦੇ ਨੇ ਉਹਨੂੰ, ਐਨਵਿਲ। ਉਹ ਜਿਸ ਤਰ੍ਹਾਂ ਪੂਰੀ ਕੁਠਸਤ ਹੁੰਦੀ ਹੈ, ਬੜੀ ਹਾਰਡ ਹੁੰਦੀ ਹੈ, ਉਹ ਹਿਲਦੀ ਨਹੀਂ। ਉਹਦੇ ਉੱਤੇ ਲੋਹਾ ਜਿੰਨਾ ਮਰਜ਼ੀ ਕੁੱਟ ਲਿਆ ਜਾਏ ਉਹਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜੇ ਗੁਰੂ ਕੇ ਸਿੱਖ ਬਣ ਜਾਂਦੇ ਨੇ ਨਾ, ਉਹਨਾਂ ਦਾ ਹਿਰਦਾ ਵੀ ਸ਼ਰਧਾ ਪੱਖੋਂ ਨਾ ਉਸ ਕੁਠਸਤ ਵਰਗਾ ਹੋ ਜਾਂਦਾ, ਉਸ ਐਹਰਨ ਵਰਗਾ ਹੋ ਜਾਂਦਾ, ਐਨਵਿਲ ਵਰਗਾ ਹੋ ਜਾਂਦਾ। ਕੋਈ ਉਹਨਾਂ ਦੀ ਸ਼ਰਧਾ ਡੁਲਾਣਾ ਚਾਹੇ ਨਾ, ਉਹ ਆਪਣੇ ਗੁਰੂ ਤੋਂ ਸ਼ਰਧਾ ਨਹੀਂ ਡੁਲਾਉਂਦੇ। ਉਹ ਗੁਰੂ ਪਾਤਸ਼ਾਹ ਮਹਾਰਾਜ ਦੇ ਆਸਰਾ ਲੈਂਦੇ ਨੇ, ਗੁਰੂ ਦੀ ਓਟ ਲੈਂਦੇ ਨੇ। ਦੁੱਖ ਆ ਜਾਵੇ ਸੁੱਖ ਆ ਜਾਵੇ, ਗੁਰੂ ਤੋਂ ਬਾਹਰ ਨਹੀਂ ਜਾਂਦੇ। ਐਸੇ ਸਿੱਖ ਸੀਗੇ ਭਾਈ ਕੇਦਾਰਾ ਜੀ। ਦੀਪਾ ਅਪਰ ਨਾਰਾਇਣ ਦਾਸ। ਹੁਣ ਖਾਲਸਾ ਜੀ ਅਗਲੇ ਗੁਰਸਿੱਖ ਭਾਈ ਕੇਦਾਰਾ ਜੀ ਦਾ ਉਪਦੇਸ਼ ਲੈ ਕੇ ਚਲੇ ਗਏ। ਹੁਣ ਦੀਪਾ ਜੀ, ਅਗਲੇ ਕੀ ਨਾਮ ਦੱਸਿਆ ਜੀ? ਦੀਪਾ ਅਪਰ ਨਾਰਾਇਣ ਦਾਸ। ਇੱਕ ਭਾਈ ਦੀਪਾ ਜੀ ਗੁਰੂ ਅੰਗਦ ਦੇਵ ਮਹਾਰਾਜ ਕੋਲ ਆਏ ਤੇ ਦੂਸਰੇ ਭਾਈ ਨਾਰਾਇਣ ਦਾਸ ਜੀ। ਬੂਲੇ ਸਹਤ ਆਏ ਗੁਰ ਪਾਸ। ਅਤੇ ਭਾਈ ਬੂਲੇ ਜੀ, ਉਹ ਵੀ ਗੁਰੂ ਅੰਗਦ ਦੇਵ ਮਹਾਰਾਜ ਕੋਲ ਆਏ। ਤਿੰਨ ਸਿੱਖ, ਨਾਰਾਇਣ ਦਾਸ ਜੀ, ਬੂਲੇ ਜੀ ਅਤੇ ਭਾਈ ਦੀਪਾ ਜੀ, ਉਹ ਤਿੰਨੋਂ ਗੁਰੂ ਕੇ ਸਿੱਖ ਤਿਆਰ ਹੋ ਕੇ ਖੰਡੂਰ ਸਾਹਿਬ ਆਏ ਨੇ। ਬੰਧਨ ਕਰ ਪਾਖੀ ਅਰਦਾਸ। ਉਹਨਾਂ ਨੇ ਪਾਤਸ਼ਾਹ ਨੂੰ ਬੜੇ ਪ੍ਰੇਮ ਨਾਲ ਮੱਥਾ ਟੇਕਿਆ, ਕਿਹਾ ਮਹਾਰਾਜ ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਹੈ। ਜਨਮ ਮਰਨ ਦੁਖ ਦੇਹੋ ਬਿਨਾਸ਼। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਦਿਓ, ਮੇਰਾ ਇੱਕ ਦੁੱਖ ਘੱਟ ਦਿਓ। ਮਹਾਰਾਜ ਕਹਿੰਦੇ ਕਿਹੜਾ? ਕਿਹਾ ਪਾਤਸ਼ਾਹ ਜਨਮ ਮਰਨ ਘੱਟ ਦਿਓ। ਜੇ ਅਸੀਂ ਹੁੰਦੇ ਅਸੀਂ ਪਤਾ ਕੀ ਕਹਿਣਾ ਸੀ? ਮਹਾਰਾਜ ਮੇਰੇ ਆਹ ਦਰਦ ਹੁੰਦਾ ਹੈ ਸਰੀਰ 'ਚ, ਮਹਾਰਾਜ ਮੇਰੇ ਆਹ ਪ੍ਰੋਬਲਮ ਹੈ, ਮੇਰੀ ਉਹ ਪ੍ਰੋਬਲਮ ਹੈ। ਅਸੀਂ ਕੋਈ ਦੁਨਿਆਵੀ ਪ੍ਰੋਬਲਮ ਛੇੜ ਕੇ ਬਹਿ ਜਾਣਾ ਸੀ। ਅਸੀਂ ਗੁਰੂ ਪਾਤਸ਼ਾਹ ਮਹਾਰਾਜ ਕੋ ਐਡੇ ਵੱਡੇ ਸਵਾਲ ਹੀ ਨਹੀਂ ਕਰਦੇ। ਗੁਰੂ ਪਾਤਸ਼ਾਹ ਹੱਲ ਕੀ ਕਰਨ? ਉਹ ਕਹਿੰਦੇ ਮਹਾਰਾਜ ਸਾਡਾ ਜਨਮ ਤੇ ਮਰਨ ਕੱਟ ਦਿਓ। 84 ਲੱਖ ਜੂਨਾਂ ਦੇ ਅੰਦਰ ਭਟਕਣਾ ਸਾਡਾ ਉਹ ਨਿਵਰਤ ਕਰ ਦਿਓ। ਸ਼੍ਰੀ ਅੰਗਦ ਉਪਦੇਸ਼ ਬਤਾਇਓ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਹੁਣ ਉਹਨਾਂ ਨੂੰ ਉਪਦੇਸ਼ ਦੇਣ ਲੱਗੇ ਨੇ। ਗੁਰੂ ਸਮਰੱਥ ਨੇ, ਅਵਸਥਾ ਦੇ ਹਿਸਾਬ ਨਾਲ ਉਪਦੇਸ਼ ਹੈ। ਉਹਨਾਂ ਨੇ ਜਿਸ ਤਰ੍ਹਾਂ ਪ੍ਰਸ਼ਨ ਪੁੱਛਿਆ ਉਸ ਤਰ੍ਹਾਂ ਉਪਦੇਸ਼। ਭਾਈ ਕੇਦਾਰਾ ਜੀ ਨੇ ਪੁੱਛਿਆ ਸੀ ਮਹਾਰਾਜ ਕਿਰਪਾ ਕਰੋ, ਮੈਨੂੰ 5 ਵਿਕਾਰਾਂ ਤੋਂ ਸ਼ਾਂਤੀ ਚਾਹੀਦੀ ਹੈ। ਤੇ ਮਹਾਰਾਜ ਨੇ ਕਿਹਾ ਤੁਸੀਂ ਸੰਗਤ ਕਰੋ, ਗੁਰਬਾਣੀ ਪੜੋ, ਸੰਗਤ ਦੇ ਕਿਲੇ ਦੇ ਅੰਦਰ ਰਹਿ ਕੇ ਨਾਮ ਜਪੋ, ਤੁਹਾਨੂੰ 5 ਵਿਕਾਰਾਂ ਤੋਂ ਸ਼ਾਂਤੀ ਮਿਲੇਗੀ। ਅਗਲੇ ਸਿੱਖ ਨੇ ਪੁੱਛਿਆ ਭਾਈ ਨਾਰਾਇਣ ਦਾਸ, ਭਾਈ ਦੀਪਾ ਤੇ ਭਾਈ ਬੱਲੂ ਜੀ ਨੇ, ਮਹਾਰਾਜ ਸਾਡਾ ਜਨਮ ਮਰਨ ਕੱਟ ਦਿਓ। ਉਹਨਾਂ ਦਾ ਪ੍ਰਸ਼ਨ ਕੁਝ ਹੋਰ ਹੈ। ਗੁਰੂ ਪਾਤਸ਼ਾਹ ਮਹਾਰਾਜ ਉਸ ਹਿਸਾਬ ਨਾਲ ਉੱਤਰ ਦੇਣ ਲੱਗੇ ਨੇ। ਕਰਹੁ ਭਗਤ ਜੇ ਇਮ ਉਰ ਪਾਇਓ। ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਤੁਸੀਂ ਨਾ ਭਗਤੀ ਕਰੋ। ਹੁਣ ਅਸੀਂ ਵੀ ਸਾਰਿਆਂ ਦਾ ਇਹੀ ਪ੍ਰਸ਼ਨ ਬਣ ਗਿਆ, ਮੰਨ ਲਓ ਬਈ ਗੁਰੂ ਪਾਤਸ਼ਾਹ ਮਹਾਰਾਜ ਸਾਡਾ ਵੀ ਜਨਮ ਮਰਨ ਕੱਟ ਦਿਓ। ਤੇ ਗੁਰੂ ਪਾਤਸ਼ਾਹ ਮਹਾਰਾਜ ਦਾ ਸਾਨੂੰ ਵੀ ਇਹੀ ਉੱਤਰ ਹੈ ਬਈ ਹੇ ਸਿੱਖੋ ਭਗਤੀ ਕਰੋ। ਕਹਿਣ ਲਗੇ ਹਮ ਭਗਤ ਨ ਜਾਣੈ। ਉਹ ਭੋਲੇ ਸਿੱਖ ਸੀਗੇ, ਸਾਡੇ ਵਰਗੇ ਸੀ। ਉਹਨਾਂ ਸਿੱਖਾਂ ਨੇ ਕਿਹਾ ਮਹਾਰਾਜ ਸਾਨੂੰ ਭਗਤੀ ਨਹੀਂ ਪਤਾ ਕੀ ਹੁੰਦੀ ਹੈ। ਖਾਲਸਾ ਜੀ
ਭਗਤੀ ਜਿਹੜੀ ਹੈ ਉਹ ਨਵਦਾ ਭਗਤੀ ਹੁੰਦੀ ਹੈ 9 ਪ੍ਰਕਾਰ ਦੀ। ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਅੰਦਰ ਲਿਖਿਆ 9 ਪ੍ਰਕਾਰ ਅਸੀਂ ਪ੍ਰਮਾਤਮਾ ਨੂੰ ਧਿਆ ਸਕਦੇ ਹਾਂ। ਉਹ ਨਵਦਾ ਭਗਤੀ ਵੀ ਅੱਗੇ ਇਤਿਹਾਸ ਦੇ ਅੰਦਰ ਜ਼ਿਕਰ ਆਣਾ 9 ਪ੍ਰਕਾਰ ਦੀ ਕਿਸ ਤਰ੍ਹਾਂ। ਮਹਾਰਾਜ ਕਹਿ ਰਹੇ ਨੇ, ਉਹ ਕਹਿੰਦੇ ਮਹਾਰਾਜ ਸਾਨੂੰ ਭਗਤੀ ਨਹੀਂ ਪਤਾ ਕੀ ਹੁੰਦੀ ਹੈ। ਭਾਈ ਨਰੈਣ ਦਾਸ, ਭਾਈ ਦੀਪਾ, ਭਾਈ ਬੱਲੂ ਕਹਿਣ ਲੱਗੇ ਮਹਾਰਾਜ ਤੁਸੀਂ ਕਹਿੰਦੇ ਜਨਮ ਮਰਨ ਕੱਟਿਆ ਜਾਵੇਗਾ, ਭਗਤੀ ਕਰ ਲਓ। ਪਾਤਸ਼ਾਹ ਮਹਾਰਾਜ ਹੈ ਤਾਂ ਦੱਸੋ ਭਗਤੀ ਹੁੰਦੀ ਕੀ ਹੈ। ਕਿਮ ਸਰੂਪ ਕੈਸੇ ਕਰ ਠਾਨ ਹੈ। ਹੇ ਪਾਤਸ਼ਾਹ ਭਗਤੀ ਦਾ ਸਰੂਪ ਕੀ ਹੈ। ਭਗਤੀ ਦਾ ਉਹ ਦਿਸਦੀ ਕਿਸ ਤਰ੍ਹਾਂ ਦੀ ਹੈ, ਭਗਤੀ ਕਰੀਦੀ ਕਿਸ ਤਰ੍ਹਾਂ ਦੀ ਹੈ। ਹੇ ਸੱਚੇ ਪਾਤਸ਼ਾਹ ਸਾਨੂੰ ਭਗਤੀ ਦੇ ਅਰਥ ਸਮਝਾਓ। ਸ੍ਰੀ ਗੁਰ ਬਰਨਨ ਕੀਨ ਸਿਖਾਈ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਜੀ ਦੱਸਣ ਲੱਗੇ ਨੇ, ਕਹਿੰਦੇ ਭਗਤੀ ਜੋ ਹੈ ਉਹ ਇਸ ਪ੍ਰਕਾਰ ਹੁੰਦੀ ਹੈ। ਬ੍ਰਹਮ ਸਬਲ ਮਾਇਆ ਜਗ ਜਾਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤੇ ਬ੍ਰਹਮ ਸਵਲ ਮਾਇਆ ਜਗ ਜਾਈ। ਉਸ ਬ੍ਰਹਮ ਨੇ ਫੁਰਨਾ ਕੀਤਾ ਤੇ ਸਾਰੀ ਮਾਇਆ ਪਸਰ ਗਈ। ਕੀਤਾ ਪਸਾਓ ਏਕੋ ਕਵਾਓ, ਇੱਕ ਬਚਨ ਹੋਇਆ ਤੇ ਸਾਰਾ ਪਸਾਰਾ ਫੈਲ ਗਿਆ। ਪਰਮਾਤਮਾ ਨੇ ਫੁਰਨਾ ਕੀਤਾ ਵੀ ਸ੍ਰਿਸ਼ਟੀ ਬਣ ਜਾਵੇ, ਕਰੋੜਾਂ ਹੀ ਸ੍ਰਿਸ਼ਟੀਆਂ ਤਿਆਰ ਹੋ ਗਈਆਂ। ਉਹ ਜਿਹੜਾ ਬ੍ਰਹਮ ਹੈ ਉਹ ਕੁਟਸਥ ਹੈ, ਉਹ ਬ੍ਰਹਮ ਅਸਥਿਰ ਹੈ ਤੇ ਜਿਹੜੀ ਮਾਇਆ ਹੈ ਉਹ ਨਾਸ਼ਵਾਨ ਹੋਣ ਵਾਲੀ ਉਹਦੀ ਪਰਛਾਈ ਹੈ। ਹੁਕਮ ਪਰਮੇਸ਼ਰ ਕੋ ਤਿਨ ਪਾਇਓ। ਜਦੋਂ ਪਰਮੇਸ਼ਵਰ ਦਾ ਹੁਕਮ ਹੋਇਆ ਤਦੋਂ ਮਾਇਆ ਨੇ ਆਪਣਾ ਪਸਾਰਾ, ਬ੍ਰਹਮ ਦਾ ਹੁਕਮ ਹੋਇਆ ਤੇ ਉਸ ਬ੍ਰਹਮ ਦੇ ਹੁਕਮ ਦੇ ਨਾਲ ਮਾਇਆ ਦਾ ਪਸਾਰਾ ਪਸਰ ਗਿਆ, ਸ੍ਰਿਸ਼ਟੀ ਉਤਪੰਨ ਹੋ ਗਈ। ਆਪਣੇ ਮਹਿ ਸਭ ਜਗ ਭਰਮਾਇਓ। ਉਸ ਮਾਇਆ ਨੇ ਕੀ ਕੀਤਾ, ਸਾਰਿਆਂ ਨੂੰ ਆਪਣੇ ਅੰਦਰ ਪਰਮਾ ਲਿਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਏ। ਜਦੋਂ ਬੱਚਾ ਮਾਂ ਦੇ ਪੇਟ 'ਚ ਸੀ ਨਾ, ਉਹ ਮਾਂ ਦੇ ਪੇਟ ਦੇ ਅੰਦਰ ਸੁੰਨ ਭਗਤੀ ਕਰ ਰਿਹਾ ਸੀ ਪਰਮਾਤਮਾ ਦੀ। ਉਸ ਦਾ ਜਨਮ ਹੁੰਦਾ, ਉਹ ਰੋਂਦਾ ਹੈ ਬੜਾ ਤੇ ਸਾਰੇ ਖੁਸ਼ ਹੋ ਜਾਂਦੇ ਨੇ। ਉਹ ਰੋਂਦਾ ਕਿਉਂ ਹੈ? ਕਿਉਂਕਿ ਉਹ ਪਰਮੇਸ਼ਵਰ ਨਾਲ ਬਿਰਤੀ ਜੁੜੀ ਹੋਈ ਸੀ। ਸੰਸਾਰ ਦੇ ਅੰਦਰ ਸ਼ੋਰ ਸੁਣਿਆ, ਬੜੀ ਸ਼ਾਂਤੀ ਦੇ ਅੰਦਰ ਮਾਂ ਦੇ ਗਰਭ 'ਚ ਸੀਗਾ, ਭਗਤੀ ਕਰ ਰਿਹਾ ਸੀ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਜਿਸ ਤਰ੍ਹਾਂ ਹੀ ਉਹ ਲਿਵ ਟੁੱਟੀ ਬੱਚਾ ਰੋ ਪਿਆ ਤੇ ਜਿਹੜਾ ਬੱਚਾ ਹੈ ਉਹ ਸੋ ਰਿਹਾ ਸੀਗਾ ਆਨੰਦ ਦੇ ਨਾਲ। 18 19 ਘੰਟੇ ਸੌਂਦਾ ਬੱਚਾ। ਕਿਉਂ? ਵੈਸੇ ਆਮ ਅਸੀਂ ਕਿਸੇ ਨੂੰ ਉਠਾਈਏ ਨਾ ਐਦਾਂ ਕਰਕੇ ਤੇ ਉੱਠ ਜਾਂਦਾ, ਬੱਚੇ ਨੂੰ ਥਪਥਪਾਈਏ ਤਾਂ ਸੋ ਰਿਹਾ ਹੁੰਦਾ। ਕਿਉਂ? ਕਿਉਂਕਿ ਜਦੋਂ ਮਾਂ ਦਾ ਦਿਲ ਧੜਕ ਰਿਹਾ ਸੀਗਾ, ਉਹਨੂੰ ਉਹੀ ਧਵਨੀ ਭਗਵਾਨ ਦੀ ਸੁਣਦੀ ਸੀ। ਜੋ ਗਾਵਤ ਮਰਗਮੀਨ ਪਖੇਰੂ, ਜੋ ਵੀ ਸ੍ਰਿਸ਼ਟੀ ਤੇ ਸਭ ਕੁਝ ਚੱਲ ਰਿਹਾ ਉਹਦਾ ਸਿਮਰਨ ਹੀ ਚੱਲ ਰਿਹਾ। ਉਹ ਸਿਮਰਨ ਸਮਝ ਕੇ ਮਾਂ ਦੇ ਗਰਭ ਦੇ ਅੰਦਰ ਆਨੰਦ ਲੈ ਰਿਹਾ ਸੀ। ਜਦੋਂ ਅਸੀਂ ਉਹਨੂੰ ਥਪਥਪਾਉਂਦੇ ਆ, ਉਹ ਫੇਰ ਉਸ ਅਵਸਥਾ 'ਚ ਜਾ ਕੇ ਫੇਰ ਵਾਹਿਗੁਰੂ ਦੇ ਨਾਲ ਜੁੜ ਜਾਂਦਾ। ਪਰ ਜਦੋਂ ਸੰਸਾਰ ਦੇ ਲੋਕ ਫੇਰ ਚੀਕਾਂ ਮਾਰ ਕੇ ਬੱਚੇ ਨੂੰ ਉਠਾ ਦਿੰਦੇ ਨੇ, ਉਹ ਫੇਰ ਰੋਣ ਲੱਗ ਜਾਂਦਾ। ਧੀਰੇ ਉਸ ਦੀ ਉਮਰ ਵੱਧਦੀ ਹੈ ਤੇ ਉਹ ਸੰਸਾਰ ਦੇ ਅੰਦਰ ਰਚਾਏਮਾਨ ਹੋ ਜਾਂਦਾ, ਪਰਮੇਸ਼ਰ ਤੋਂ ਲਿਵ ਛੁੱਟ ਜਾਂਦੀ ਹੈ। ਫਿਰ ਉਹ ਸੰਸਾਰ ਦੇ ਅੰਦਰ ਹੀ ਅਲੋਪ ਹੋ ਜਾਂਦਾ। ਗੁਰੂ ਮਹਾਰਾਜ ਕਹਿ ਰਹੇ ਨੇ, ਜਦੋਂ ਬ੍ਰਹਮ ਨੇ ਫੁਰਨਾ ਕੀਤਾ ਸ੍ਰਿਸ਼ਟੀ ਬਣ ਗਈ। ਸ੍ਰਿਸ਼ਟੀ ਬਣਨ ਤੋਂ ਬਾਅਦ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਲੱਗ ਗਈ, ਪਰਮੇਸ਼ਵਰ ਤੋਂ ਲਿਵ ਟੁੱਟ ਗਈ। ਬਾਹਰ ਪ੍ਰਭੂ ਨੇ ਚਤਰ ਉਪਾਏ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੋਹਰ ਪ੍ਰਭੂ ਨੇ ਚਤਰ ਉਪਾਏ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਜੋ ਤਮੋ ਤੇ ਸਤੋ ਗੁਣ ਬਣਾ ਦਿੱਤੇ ਤੇ ਚੌਥੀ ਤੁਰਿਆ ਅਵਸਥਾ ਬਣਾਈ। ਜਿਨ ਤੇ ਮਿਲਹਿ ਮੋਹਿ ਕਹੁ ਆਏ। ਸੱਚੇ ਪਾਤਸ਼ਾਹ ਮਹਾਰਾਜ ਨੇ 4 ਤਰੀਕੇ ਦੱਸੇ ਨੇ ਪਰਮਾਤਮਾ ਨਾਲ ਮਿਲਣ ਦੇ। ਤੁਸੀਂ ਵੀ ਸਾਰੇ ਕਰ ਸਕਦੇ ਹੋ। ਉਹਨਾਂ ਦਾ ਪ੍ਰਸ਼ਨ ਸੀ ਨਾ ਕਿ ਮਹਾਰਾਜ ਜਨਮ ਮਰਨ ਕਿਸ ਤਰ੍ਹਾਂ ਨਿਵਰਤ ਹੋਵੇ। ਮਹਾਰਾਜ ਨੇ ਕਿਹਾ 4 ਤਰੀਕੇ ਨੇ ਪਰਮਾਤਮਾ ਨੂੰ ਮਿਲਣ ਦੇ। ਇੱਕ ਤਾਂ ਤਰੀਕਾ ਹੈ ਯੋਗ। ਯੋਗ ਜਿਸ ਤਰ੍ਹਾਂ ਯੋਗ ਕਰਨਾ, ਉਹਦੇ 8 ਅੰਗ ਨੇ ਯੋਗ ਦੇ, ਯਮ, ਨੇਮ, ਪ੍ਰਾਣਾਯਾਮ, ਪ੍ਰਤਿਹਾਰ ਇਤਿਆਦਿ। ਅਗਲਾ ਹੈ ਬੈਰਾਗ। ਬੈਰਾਗ ਹੋ ਜਾਣਾ ਸੰਸਾਰ ਤੋਂ, ਜਿਸ ਤਰ੍ਹਾਂ ਭਰਤਰੀ ਜੀ ਨੂੰ ਹੋ ਗਿਆ। ਉਹਨਾਂ ਨੇ ਆਪਣੀ 10,000 ਰਾਣੀਆਂ ਛੋੜ ਕੇ ਸੰਸਾਰ ਤਿਆਗ ਦਿੱਤਾ। ਤੀਸਰਾ ਗਿਆਨ ਦੀ ਪ੍ਰਾਪਤੀ ਹੋ ਜਾਣੀ। ਸੰਸਾਰ ਨਸ਼ਵਰ ਹੈ, ਉਹ ਬ੍ਰਹਮ ਸੱਚ ਹੈ। ਸੰਸਾਰ ਨੂੰ ਝੂਠਾ ਦੇਖ ਲੈਣਾ ਹਰ ਪਾਸੇ ਤੇ ਉਸ ਨੂੰ ਕਹਿੰਦੇ ਨੇ ਗਿਆਨ। ਆਤਮਾ ਸੱਚ ਹੈ, ਜਗਤ ਝੂਠ ਹੈ। ਆਤਮਾ ਪਰਮਾਤਮਾ ਦੀ ਹੋਂਦ ਹੈ। ਆਤਮਾ ਪਰਮਾਤਮਾ ਦੀ ਏਕਤਾ ਨੂੰ ਕਹਿੰਦੇ ਨੇ ਗਿਆਨ ਹੋ ਜਾਣਾ।
ਤਿੰਨ ਤਰੀਕੇ ਹੋ ਗਏ। ਪਹਿਲਾ ਕਿਹੜਾ ਸੀਗਾ? ਯੋਗ, ਦੂਸਰਾ ਵੈਰਾਗ, ਤੀਸਰਾ ਗਿਆਨ, ਚੌਥਾ ਹੈ ਭਗਤੀ। ਹੁਣ ਉਹਨਾਂ ਨੇ ਪੁੱਛਿਆ ਨਾ ਮਹਾਰਾਜ ਭਗਤੀ ਕੀ ਹੈ, ਤੇ ਮਹਾਰਾਜ ਕਹਿ ਰਹੇ ਨੇ ਵੀ 4 ਤਰੀਕੇ ਨੇ ਪਰਮਾਤਮਾ ਨੂੰ ਮਿਲਣ ਦੇ। ਇੱਕ ਬੈਰਾਗ ਜੋਗ ਅਰ ਗਿਆਨ, ਜਿਹੜੇ 3 ਤਰੀਕੇ ਨੇ, ਯੋਗ, ਵੈਰਾਗ ਤੇ ਗਿਆਨ। ਚੌਥੀ ਉਪਜੀ ਭਗਤ ਮਹਾਨ, ਚੌਥੀ ਹੈ ਮਹਾਨ ਭਗਤੀ। ਚੌਥਾ ਤਰੀਕਾ ਵੀ ਹੈ ਪਰਮਾਤਮਾ ਨੂੰ ਮਿਲਣ ਦਾ। ਯੋਗ ਵੀ ਤਰੀਕਾ ਹੈ, ਯੋਗ ਨਾਲ ਵੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ, ਗਿਆਨ ਨਾਲ ਵੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ, ਵੈਰਾਗ ਨਾਲ ਵੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਤਿੰਨੋਂ ਹੀ ਰਸਤੇ ਨੇ, ਪਰ ਚੌਥੀ ਇੱਕ ਮਹਾਨ ਰਸਤਾ ਹੈ, ਸੌਖਾ ਰਸਤਾ ਹੈ, ਉਹ ਭਗਤੀ ਦਾ ਹੈ। ਗਿਆਨ ਵਿਰਾਗ ਜੋਗ ਸ਼ੁਭ ਤੀਨ, ਜਿਹੜਾ ਗਿਆਨ ਹੈ, ਵਿਰਾਗ ਹੈ ਤੇ ਤੀਸਰਾ ਯੋਗ ਹੈ। ਮਹਾਰਾਜ ਨੇ 4 ਰਸਤੇ ਦੱਸੇ ਨਾ ਮੁਕਤ ਹੋਣ ਦੇ, ਜਨਮ ਮਰਨ ਕੱਟਣ ਦੇ, ਗਿਆਨ, ਵਿਰਾਗ ਤੇ ਯੋਗ। ਮਹਾਰਾਜ ਕਹਿ ਰਹੇ ਨੇ ਜਿਹੜਾ ਗਿਆਨ ਹੈ, ਵਿਰਾਗ ਹੈ ਤੇ ਯੋਗ ਹੈ, ਸ਼ੁਭ ਤੀਨ, ਹਾਂਜੀ, ਪੁਰਖ ਰੂਪ ਇਨ ਕੋ ਮਨ ਚੀਨ। ਕਹਿੰਦੇ ਆ ਤਿੰਨੋਂ ਪੁਰਸ਼ ਨੇ, ਇਹ ਤਿੰਨੋਂ ਮੇਲ ਨੇ। ਗੱਲ ਬੜੀ ਸਮਝਣ ਵਾਲੀ ਹੈ, ਬਰੀਕ ਗੱਲ ਹੈ, ਧਿਆਨ ਦੇਣਾ। ਸੱਚੇ ਪਾਤਸ਼ਾਹ ਮਹਾਰਾਜ ਨੂੰ ਪ੍ਰਸ਼ਨ ਹੋਇਆ, ਮਹਾਰਾਜ ਜਨਮ ਮਰਨ ਕਿਸ ਤਰ੍ਹਾਂ ਕੱਟਿਆ ਜਾਵੇ। ਅੱਗੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਕਹਿੰਦੇ 4 ਤਰੀਕੇ ਨੇ ਮੁਕਤੀ ਦੇ। ਪਹਿਲਾ ਤਰੀਕਾ ਯੋਗ, ਦੂਸਰਾ ਗਿਆਨ, ਤੀਸਰਾ ਵੈਰਾਗ, ਚੌਥਾ ਭਗਤੀ। ਜਿਹੜਾ ਯੋਗ ਹੈ, ਉਹ ਵੈਰਾਗ ਹੈ ਤੇ ਗਿਆਨ ਹੈ, ਉਹ ਤਿੰਨੋਂ ਮੇਲ ਨੇ, ਉਹ ਪੁਲਿੰਗ ਨੇ। ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ ਵੀ ਉਹ ਸਾਹਮਣੇ ਫੀਮੇਲ ਆ ਰਹੀ ਹੈ, ਉਹ ਕਹਿੰਦੇ ਮੇਲ ਆ ਰਹੀ ਹੈ, ਮੇਲ ਇਜ਼ ਅ ਗਰਲ, ਸੌਰੀ ਮੇਲ ਇਜ਼ ਅ ਮੈਨ, ਠੀਕ ਹੈ, ਤੇ ਫੀਮੇਲ ਜਿਹੜੀ ਗਰਲ ਹੁੰਦੀ ਇਹ ਇਸਤਰੀ ਲਿੰਗ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜਿਹੜਾ ਯੋਗ, ਗਿਆਨ ਤੇ ਵੈਰਾਗ ਹੈ, ਉਹ ਪੁਲਿੰਗ ਨੇ। ਮਾਇਆ ਲੈ ਇਨ ਕੋ ਪਰਮਾਏ, ਮਾਇਆ ਇਹਨਾਂ ਨੂੰ ਪਰਮਾ ਲੈਂਦੀ ਹੈ। ਮਾਇਆ ਛੁੱਟੜ ਇਸਤਰੀ ਹੈ ਪਰਮਾਤਮਾ ਦੀ, ਜਿਹੜੀ ਭਗਤੀ ਹੈ ਉਹ ਪਤੀਵਰਤਾ ਇਸਤਰੀ ਹੈ। ਜਿਹੜੀ ਮਾਇਆ ਹੈ ਉਹ ਇਸਤਰੀ ਹੈ, ਇਸਤਰੀ ਹਮੇਸ਼ਾ ਪੁਰਸ਼ ਨੂੰ ਪਰਮਾ ਲੈਂਦੀ ਹੈ। ਯੋਗ, ਗਿਆਨ ਤੇ ਵੈਰਾਗੀ ਨੂੰ ਮਾਇਆ ਪਰਮਾ ਲੈਂਦੀ ਹੈ। ਕਿਸ ਤਰ੍ਹਾਂ? ਜਿਹੜਾ ਜੋਗੀ ਹੋਏ ਬੜਾ ਤਕੜਾ, ਉਹਨੂੰ ਕਹੇਗੀ ਤੂੰ ਤੇ ਬਹੁਤ ਤਕੜਾ ਜੋਗੀ ਹੈ, ਮਨ 'ਚ ਹੰਕਾਰ ਆ ਗਿਆ। ਵੈਰਾਗੀ ਨੂੰ ਕਹੇਗੀ ਬਈ ਤੂੰ ਤਨ ਦਾ ਵਿਰਾਗ ਧਾਰ ਲਿਆ, ਸਭ ਕੁਝ ਛੋੜ ਕੇ ਆ ਗਿਆ, ਮਨ ਦੇ ਅੰਦਰ ਹੋਰ ਜ਼ਿਆਦਾ ਹੰਕਾਰ ਵੱਧਦਾ। ਵੈਰਾਗ, ਗਿਆਨ ਤੇ ਜੋਗੀ ਨੂੰ ਵੀ ਮਾਇਆ ਪਰਮਾ ਲੈਂਦੀ ਹੈ, ਕਿਉਂਕਿ ਉਹ ਇਸਤਰੀ ਹੈ। ਬੜੇ ਯਤਨ ਤੇ ਉਬਰਿਓ ਜਾਏ, ਬੜੇ ਯਤਨ ਕਰਨੇ ਪੈਂਦੇ ਨੇ ਉਸ ਤੋਂ ਉਭਰਨ ਦੇ ਲਈ। ਜਿਹੜਾ ਮਾਇਆ ਹੈਗੀ ਹੈ ਉਹ ਯੋਗ, ਗਿਆਨ ਤੇ ਵਿਰਾਗ ਨੂੰ ਠੱਗ ਲੈਂਦੀ ਹੈ। ਭਗਤ ਹੈ ਪਤਿਵ੍ਰਤਾ ਨਾਰੀ, ਜਿਹੜੀ ਭਗਤੀ ਹੈ ਉਹ ਪ੍ਰਤੀਵਰਤਾ ਨਾਰੀ ਹੈ, ਉਹ ਛੁੱਟੜ ਇਸਤਰੀ ਨਹੀਂ ਹੈ, ਉਹ ਪਰਮਾਤਮਾ ਦੀ ਸੇਵਾ ਦੇ ਅੰਦਰ ਦ੍ਰਿੜ ਹੈ। ਇਸਤਰੀ ਨੂੰ ਇਸਤਰੀ ਨਹੀਂ ਪਰਮਾ ਸਕਦੀ, ਪਰ ਪੁਰਸ਼ ਨੂੰ ਇਸਤਰੀ ਪਰਮਾ ਸਕਦੀ ਹੈ। ਮਹਾਰਾਜ ਕਹਿੰਦੇ ਯੋਗ, ਗਿਆਨ ਤੇ ਜਿਹੜਾ ਭਗਤੀ, ਯੋਗ, ਗਿਆਨ ਤੇ ਵਿਰਾਗ ਹੈ, ਉਹ ਤਿੰਨੋਂ ਪੁਰਸ਼ ਨੇ, ਉਹਨਾਂ ਨੂੰ ਜਿਹੜੀ ਹੈ ਮਾਇਆ ਠੱਗ ਲੈਂਦੀ ਹੈ। ਪਰ ਜੋ ਭਗਤੀ ਹੈ ਉਹ ਇਸਤਰੀ ਲਿੰਗ ਹੈ। ਭਗਤੀ ਜਿਹੜੀ ਹੈ ਉਹ ਮਾਇਆ ਉਹਨੂੰ ਠੱਗ ਨਹੀਂ ਸਕਦੀ, ਕਿਉਂਕਿ ਇਸਤਰੀ ਨੂੰ ਪਰਮਾ ਨਹੀਂ ਸਕਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਜਿਹੜਾ ਵਿਅਕਤੀ ਉਹ ਤਿੰਨੋਂ ਸਾਧਨਾ ਦੇ ਉੱਤੇ ਸਮਾਂ ਲਗਾਉਂਦਾ ਹੈ, ਬਹੁਤ ਮਿਹਨਤ ਕਰਦਾ ਹੈ ਯੋਗ, ਗਿਆਨ ਤੇ ਵਿਰਾਗ ਕਰਕੇ, ਪਰ ਮਾਇਆ ਛਲ ਲੈਂਦੀ ਹੈ, ਫਿਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ, ਜਨਮ ਮਰਨ ਨਹੀਂ ਕੱਟਿਆ ਜਾਂਦਾ। ਪਰ ਜਿਹੜਾ ਵਿਅਕਤੀ ਭਗਤੀ ਕਰਦਾ ਹੈ, ਉਹ ਭਗਤੀ ਜਿਹੜੀ ਕਰਨੀ ਸ੍ਰੇਸ਼ਟ ਹੋ ਜਾਂਦੀ ਹੈ। ਉਹ ਭਗਤੀ ਦੇ ਕਰਕੇ ਉਹਦਾ ਜਨਮ ਮਰਨ ਕੱਟਿਆ ਜਾਂਦਾ। ਇਸ ਕਰਕੇ ਉਹ ਚਾਰੇ ਸਾਧਨ ਮੁਕਤੀ ਦੇ ਨੇ, ਪਰ ਭਗਤੀ ਜੋ ਹੈ ਉਹ ਸਰਵਸ੍ਰੇਸ਼ਟ ਹੈ। ਇਸ ਪਰ ਨਹ ਮਾਇਆ ਬਲ ਭਾਰੀ, ਮਾਇਆ ਦਾ ਜਿਹੜਾ ਬਲ ਹੈ ਉਹ ਭਗਤੀ ਤੇ ਨਹੀਂ ਚੱਲਦਾ। ਇਸਤਰੀ ਕੋ ਇਸਤਰੀ ਨਾ ਪਰਮਾਵੈ, ਇਸਤਰੀ ਨੂੰ ਇਸਤਰੀ ਪਰਮਾ ਨਹੀਂ ਸਕਦੀ, ਇਸਤਰੀ ਪੁਰਸ਼ ਨੂੰ ਤਾਂ ਪਰਮਾ ਲੈਂਦੀ ਹੈ। ਕਲਗੀਧਰ ਪਾਤਸ਼ਾਹ ਨੇ 405 ਚਰਿੱਤਰ ਲਿਖੇ ਨੇ। 405 ਚਰਿੱਤਰਾਂ ਦੇ ਅੰਦਰ ਤਕਰੀਬਨ 380 ਤੋਂ ਵੱਧ ਚਰਿੱਤਰ ਇਸਤਰੀਆਂ ਦੇ ਮਹਾਰਾਜ ਨੇ ਲਿਖੇ ਨੇ। ਕੁਝ ਪੁਰਸ਼ਾਂ ਦੇ ਵੀ ਚਰਿੱਤਰ ਲਿਖੇ ਨੇ ਵੀ ਪੁਰਸ਼ ਕਿਸ ਤਰ੍ਹਾਂ ਚਲਾਕ ਹੋ ਸਕਦੇ ਨੇ। ਅੱਜ ਦਸਮ ਗ੍ਰੰਥ ਦੀ ਬਾਣੀ ਨਹੀਂ ਪੜ੍ਹਦੇ, ਉਹਦੇ ਉੱਤੇ ਕਿੰਤੂ ਪਰੰਤੂ ਕਰਦੇ ਨੇ। ਖਾਲਸਾ ਜੀ ਉਹ ਤੇ ਵਿਰਾਗ ਦਾ ਸਾਗਰ ਹੈ, ਚਿਰਤੋ ਪਖਿਆਨ ਬਾਣੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਿਹੜੇ 405 ਚਰਿੱਤਰ ਲਿਖੇ ਨੇ, ਉਹ ਤਾਂ ਹੀ ਲਿਖੇ ਨੇ ਆਪਣੇ ਖਾਲਸੇ ਨੂੰ ਬਚਾਉਣ ਦੇ ਲਈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਮਹਾਨ ਦੇਣ ਖਾਲਸੇ ਪੰਥ ਨੂੰ ਦਿੱਤੀ ਹੈ, ਉਹ ਆਮ ਦੇ ਲਈ ਨਹੀਂ ਹੈ, ਉਹ ਮਹਾਰਾਜ ਨੇ ਆਪਣੇ ਪੁੱਤਰ ਨੂੰ ਦਿੱਤੀ ਹੈ। ਜਿਸ ਤਰ੍ਹਾਂ ਇੱਕ ਮਾਂ ਆਪਣੀ ਬੇਟੀ ਦੇ ਨਾਲ ਉਹ ਸਾਰੀ ਗੱਲ ਕਰ ਸਕਦੀ ਹੈ ਜੋ ਪਿਤਾ ਨਹੀਂ ਕਰ ਸਕਦਾ।
ਉसी ਪ੍ਰਕਾਰ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਨਾਲ ਗੱਲ ਕਰਨੀ ਸੀ ਤਦੋਂ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਰਚੀ। ਜਿਹੜੀ ਖਾਲਸੇ ਨਾਲ ਗੱਲ ਹੋਣੀ ਸੀ ਉਹ ਆਮ ਕਿਸੇ ਨਾਲ ਨਹੀਂ ਹੋ ਸਕਦੀ ਸੀ। ਅੱਜ ਕਹਿੰਦੇ ਜੀ ਸਾਡੇ ਅੰਦਰ ਤਾਂ ਉਹ ਲਿਖ ਦਿੱਤਾ। ਹੁਣ ਉਹਦੇ ਲਈ ਉਹਦੇ ਪੜਨ ਦੇ ਲਈ ਖਾਲਸਾ ਜੀ ਉਨਾ ਹੀ ਭਗਤੀ ਵਿਰਾਗ ਜੋਗ ਗਿਆਨ ਸਾਰਾ ਕੁਝ ਚਾਹੀਦਾ। ਉਹ ਹੈ ਨਹੀਂ, ਉਹਦੇ ਉੱਤੇ ਸ਼ੰਕਾ ਤਾਂ ਹੋਣਾ ਹੀ ਹੈ। ਉਹਨੂੰ ਪੜਨ ਦੇ ਲਈ ਬੜੀ ਉੱਚੀ ਸੁਰਤ ਚਾਹੀਦੀ ਹੈ। ਉਹਨੂੰ ਪੜਨ ਦੇ ਲਈ ਅੰਮ੍ਰਿਤ ਵੇਲਾ ਚਾਹੀਦਾ ਹੈ, ਗੁਰੂ ਦੀ ਸੰਗਤ ਦੀ ਕਿਰਪਾ ਚਾਹੀਦੀ ਹੈ, ਸੰਤਾਂ ਦੀ ਕਿਰਪਾ ਚਾਹੀਦੀ ਹੈ। ਰਹੋ ਵਿਚਾਰ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਇਸਤਰੀ ਨੂੰ ਇਸਤਰੀ ਨਹੀਂ ਭਰਮਾ ਸਕਦੀ, ਜਿਹੜੀ ਮਾਇਆ ਹੈ ਉਹ ਭਗਤੀ ਦੇ ਖਜ਼ਾਨੇ ਨੂੰ ਨਹੀਂ ਲੁੱਟ ਸਕਦੀ। ਤਰਹ ਭਗਤ ਤਿਸ ਪ੍ਰਭੂ ਮਿਲਾਵੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜਿਹੜਾ ਭਗਤੀ ਕਰੇਗਾ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ। ਮਾਇਆ ਨਟਨੀ ਚਾਤੁਰ ਛਲ ਤੇ। ਜਿਹੜੀ ਮਾਇਆ ਉਹ ਤਾਂ ਨਟਣੀ ਹੈ, ਜਿਹੜੀ ਮਾਇਆ ਬਹੁਤ ਚਲਾਕ ਹੈ, ਬੜੀ ਚਤੁਰ ਹੈ। ਉਹ ਵਿਅਕਤੀ ਨੂੰ ਭਰਮਾ ਲੈਂਦੀ ਹੈ, ਪਤਾ ਹੀ ਨਹੀਂ ਲੱਗਦਾ ਵੀ ਕਦੋਂ ਮੈਂ ਭਰਮਾਇਆ ਗਿਆ ਹਾਂ। ਸਭਿਨ ਭਰਮਾਏ ਲੇਤ ਨਿਜ ਬਲ ਤੇ। ਜਿਹੜੀ ਮਾਇਆ ਹੁੰਦੀ ਆ ਉਹ ਆਪਣੇ ਬਲ ਦੇ ਨਾਲ ਸਾਰਿਆਂ ਨੂੰ ਭਰਮਾ ਲੈਂਦੀ ਹੈ। ਇੱਕ ਵਾਰੀ ਅਰਜਨ ਨੇ ਕਿਹਾ ਭਗਵਾਨ ਕ੍ਰਿਸ਼ਨ ਨੂੰ, ਕਿਹਾ ਮਹਾਰਾਜ ਤੁਹਾਡੀ ਮਾਇਆ ਬੜੀ ਪ੍ਰਬਲ ਹੈ। ਸੱਚੇ ਪਾਤਸ਼ਾਹ ਤੁਸੀਂ ਸੁਣਿਆ ਤੁਹਾਡੀ ਮਾਇਆ ਬੜੀ ਪ੍ਰਬਲ ਹੈ, ਪਰ ਮੇਰੇ ਤੇ ਤੁਹਾਡੀ ਮਾਇਆ ਦਾ ਅਸਰ ਨਹੀਂ ਹੋ ਸਕਦਾ। ਭਗਵਾਨ ਕ੍ਰਿਸ਼ਨ ਨੇ ਕਿਹਾ ਅਰਜਨ ਐਵੇਂ ਨਹੀਂ ਕਹੀਦਾ ਹੁੰਦਾ, ਮਾਇਆ ਬੜੀ ਪ੍ਰਬਲ ਹੈ, ਤੂੰ ਉਸ ਮਾਇਆ ਦੇ ਖੇਡ 'ਚ ਨਾ ਪੈ। ਕਿਹਾ ਮਹਾਰਾਜ ਤਾਂ ਮੰਨਾਂਗੇ ਜੇ ਮੈਨੂੰ ਭਰਮਾ ਕੇ ਦਿਖਾਓ ਤਾਂ। ਭਗਵਾਨ ਕ੍ਰਿਸ਼ਨ ਕਹਿੰਦੇ ਚੱਲ ਕਦੇ ਮੌਕਾ ਬਣਿਆ ਤੇ ਤੈਨੂੰ ਮਾਇਆ ਦਾ ਰੰਗ ਦਿਖਾਵਾਂਗੇ। ਤੇ ਇੱਕ ਦਿਨ ਇਸ਼ਨਾਨ ਕਰਨ ਦੇ ਲਈ ਜਦੋਂ ਬੜੀ ਦੂਰ ਗਰਮੀ ਪੈ ਰਹੀ ਸੀਗੀ, ਤੱਟ ਦੇ ਕੋਲ ਚਲੇ ਗਏ, ਕਿੱਥੇ ਨਦੀ ਵਗਦੀ ਸੀ। ਤੇ ਅਰਜਨ ਕਹਿੰਦਾ ਮਹਾਰਾਜ ਜਲ ਬੜਾ ਨਿਰਮਲ ਨੀਲਾ ਸਾਫ਼ ਹੈ, ਜੇ ਆਪ ਜੀ ਆਗਿਆ ਦਿਓ ਇਸ਼ਨਾਨ ਕਰਾਵਾਂ। ਮਹਾਰਾਜ ਕਹਿੰਦੇ ਜਾ ਆਓ। ਭਗਵਾਨ ਕ੍ਰਿਸ਼ਨ ਦੀ ਆਗਿਆ ਲਈ ਤੇ ਜਲ ਦੇ ਅੰਦਰ ਚਲੇ ਗਏ। ਜਦੋਂ ਜਲ ਦੇ ਅੰਦਰ ਪਹੁੰਚੇ ਤੇ ਅਰਜਨ ਨੇ ਡੁਬਕੀ ਲਾਈ ਤੇ ਬਾਹਰ ਦੇਖਿਆ ਨਾ ਰੱਥ, ਨਾ ਉਹ ਧਰਤੀ, ਨਾ ਹਰੇ ਭਰੇ ਬੂਟੇ, ਕੁਝ ਵੀ ਨਹੀਂ, ਸਭ ਕੁਝ ਖਤਮ। ਇਹ ਗੱਲ ਦੇਖ ਕੇ ਅਰਜਨ ਬਹੁਤ ਹੈਰਾਨ ਹੋਇਆ। ਉਹ ਕਹਿੰਦੇ ਵੀ ਮੇਰੇ ਮਿੱਤਰ ਭਗਵਾਨ ਕ੍ਰਿਸ਼ਨ ਕਿੱਥੇ ਗਏ? ਲੱਭਣ ਗਿਆ, ਦੇਖਿਆ ਮੇਰੇ ਵਸਤਰ ਪਏ, ਡੁਬਕੀ ਲਾਈ ਸੀਗੀ, ਪਤਾ ਨਹੀਂ ਕਿੱਥੇ ਗਏ। ਲੱਭਦਾ ਇੱਕ ਬੰਦਾ ਮਿਲਿਆ ਰਸਤੇ 'ਚ। ਉਹਨੇ ਕਿਹਾ ਵੀ ਤੁਸੀਂ ਕ੍ਰਿਸ਼ਨ ਜੀ ਦੇਖੇ ਆ ਤੇ ਨਾ ਉਹਨਾਂ ਦਾ ਰੱਥ ਹੈ। ਉਹ ਬੰਦਾ ਕਹਿੰਦਾ ਤੇਰਾ ਦਿਮਾਗ ਖਰਾਬ ਹੋ ਗਿਆ, ਉਹ ਤਾਂ 5000 ਸਾਲ ਪਹਿਲਾਂ ਹੋਏ ਸੀਗੇ ਤੇ ਤੂੰ ਕੌਣ ਹੈ? ਕਹਿੰਦੇ ਮੈਂ ਅਰਜਨ ਆ। ਕਹਿੰਦੇ ਤੂੰ ਵੱਡੇ ਵੱਡੇ ਮਹਾਂਪੁਰਸ਼ਾਂ ਦਾ ਨਾਂ ਲੈ ਕੇ ਬੁਲਾ ਰਿਹਾ, ਤੈਨੂੰ ਪਤਾ ਤੂੰ ਕੌਣ ਹੈ? ਐਵੇਂ ਨਾ ਬੋਲੀ ਦੁਬਾਰਾ, ਤੈਨੂੰ ਕੋਤਵਾਲ ਤੋਂ ਜੇਲ੍ਹ ਕਰਾ ਦੇਵਾਂਗੇ। ਕਹਿੰਦੇ ਵੀ ਸ਼ਾਇਦ ਬੰਦੇ ਨੂੰ ਪਤਾ ਨਹੀਂ। ਥੋੜਾ ਜਿਹਾ ਅੱਗੇ ਗਏ, ਫੇਰ ਉਹਦੇ ਕਥਾ ਹੋ ਰਹੀ ਸੀ, ਪੰਡਤ ਜੀ ਕਥਾ ਕਰ ਰਹੇ ਸੀਗੇ ਭਾਗਵਤ ਗੀਤਾ ਦੀ। ਉਹ ਕਹਿੰਦਾ ਮੈਂ ਹਾਂ ਮੇਰੀ ਕਥਾ ਹੋ ਰਹੀ ਹੈ, ਮੈਨੂੰ ਹੀ ਉਪਦੇਸ਼ ਦਿੱਤਾ ਸੀ ਭਗਵਾਨ ਨੇ। ਸਾਰੇ ਲੋਕਾਂ ਨੇ ਕਿਹਾ ਵੀ ਆਪਣੇ ਆਪ ਨੂੰ ਅਰਜਨ ਕਹੀ ਜਾਂਦਾ, ਤੈਨੂੰ ਕੁੱਟਾਂਗੇ ਫੜ ਕੇ। ਪੰਡਤ ਨੂੰ ਪਿਆਰ ਨਾਲ ਸਮਝਾ। ਪੰਡਤ ਕਹਿੰਦੇ ਉਹ ਤਾਂ 5000 ਸਾਲ ਪਹਿਲੇ ਹੋਏ ਸੀਗੇ ਭਗਵਾਨ ਕ੍ਰਿਸ਼ਨ ਤੇ ਅਰਜਨ, ਤੂੰ ਕਿਹੜੇ ਚੱਕਰਾਂ 'ਚ ਇੱਥੇ ਆ ਗਿਆ? ਕਿਹਾ ਨਹੀਂ ਮਹਾਰਾਜ ਮੈਂ। ਕਹਿੰਦੇ ਤੂੰ ਦੁਬਾਰਾ ਨਾ ਕਹੀਂ, ਤੈਨੂੰ ਸਜ਼ਾ ਬਹੁਤ ਮਿਲਣੀ ਹੈ। ਕਹਿੰਦਾ ਮੇਰਾ ਨਾਮ ਹੈ ਅਰਜਨ। ਉਹ ਕਹਿੰਦੇ ਤੇਰਾ ਨਾਂ ਅੱਜ ਤੋਂ ਪਰਦੇਸੀ ਹੈ। ਕਹਿੰਦੇ ਜੀ 7 ਬਚਨ, ਪਰ ਮੇਰਾ ਨਾਂ ਅਰਜਨ ਹੈ। ਉਹ ਕਹਿੰਦੇ ਫੇਰ ਦੁਬਾਰਾ ਬੋਲਿਆ। ਉਹ ਕਹਿੰਦੇ ਇਹਨੇ ਹਟਣਾ ਨਹੀਂ। ਉਹਨੇ ਜਾ ਕੇ ਨਾ ਰਾਜੇ ਨੂੰ ਫੜਵਾ ਦਿੱਤਾ। ਜਦੋਂ ਰਾਜੇ ਨੂੰ ਫੜਵਾ ਦਿੱਤਾ, ਜਿਸ ਦਿਨ ਰਾਜੇ ਕੋਲ ਜਾ ਕੇ ਫੜਵਾਇਆ ਉਸ ਦਿਨ ਖੇਡਾਂ ਹੋ ਰਹੀਆਂ ਸੀ, ਜਿਵੇਂ ਅੱਜ 올림픽 ਗੇਮਾਂ ਹੁੰਦੀਆਂ ਨੇ, ਉਹ ਗੇਮਾਂ ਹੋ ਰਹੀਆਂ ਸੀ। ਅਰਜੁਨ ਧਨੁਰਧਰ ਸੀਗਾ ਪੂਰਾ। ਉਹ ਕਹਿੰਦਾ ਵੀ ਮੈਂ ਵੀ ਅਜ਼ਮਾ ਲਵਾਂ। ਉਹ ਕਹਿੰਦੇ ਤੂੰ ਤਾਂ ਪਰਦੇਸੀ ਹੈ, ਤੈਨੂੰ ਕੀ ਆਂਦਾ? ਉਹ ਕਹਿੰਦਾ ਦਿਓ ਤਾਂ ਸਹੀ ਧਨੁਸ਼। ਉਸਨੇ ਤੀਰੰਦਾਜ਼ੀ ਕੀਤੀ, ਸਾਰੇ ਨਿਸ਼ਾਨੇ ਵਿੰਨ ਦਿੱਤੇ, ਸਾਰੇ ਬਿਲਕੁਲ ਟਿਕਾਣੇ ਤੇ ਜਾ ਕੇ ਲੱਗੇ। ਰਾਜੇ ਦੀ ਲੜਕੀ ਬੜੀ ਪ੍ਰਸੰਨ ਹੋ ਗਈ। ਉਹ ਕਹਿੰਦੀ ਪਿਤਾ ਜੀ ਮੈਂ ਵਿਆਹ ਕਰਾਣਾ ਤੇ ਅਸੀਂ ਲੜਕੇ ਨਾ ਕਰਾਣਾ। ਜਦੋਂ ਇੰਨੀ ਗੱਲ ਸੁਣੀ ਤੇ ਉਹ ਪਰਦੇਸੀ ਨੂੰ ਪੁੱਛਿਆ ਵੀ ਤੂੰ ਵਿਆਹ ਕਰਾ ਲਏਗਾ? ਇਸਤਰੀ ਸੁੰਦਰ ਦੇਖ ਕੇ ਅਰਜਨ ਨੇ ਹਾਂ ਕਰ ਦਿੱਤੀ। ਨਾਲ ਪੰਡਤ ਜੀ ਵੀ ਖੜੇ ਸੀ। ਉਹ ਕਹਿੰਦੇ ਨਾ ਬੋਲੀ ਆਪਣਾ, ਤੂੰ ਪਰਦੇਸੀ ਬੋਲਦੀ। ਕਹਿੰਦਾ ਤੇਰਾ ਨਾਂ ਕਿਹਾ ਜੀ? ਪਰਦੇਸੀ। ਵਿਆਹ ਵੀ ਹੋ ਗਿਆ, ਅੱਗੋਂ ਬੱਚੇ ਵੀ ਹੋ ਗਏ, 5-7 ਸਾਲ ਬੀਤੇ, ਖੇਡਣ ਲੱਗ ਪਿਆ। ਇੱਕ ਦਿਨ ਆਪਣੀ ਘਰਵਾਲੀ ਦੇ ਨਾਲ ਖੇਡਦਾ ਸ਼ਿਕਾਰ ਗਰਮੀ ਦੇ ਅੰਦਰ ਹਫ ਗਿਆ ਤੇ ਆਪਣੀ ਘਰਵਾਲੀ ਨੂੰ ਕਹਿੰਦਾ ਮੈਂ ਇਸ਼ਨਾਨ ਕਰ ਲਵਾਂ, ਬਹੁਤ ਜ਼ਿਆਦਾ ਪਸੀਨਾ ਆ ਗਿਆ। ਉਹ ਕਹਿੰਦੀ ਕਰ ਲੈ। ਜਦੋਂ ਇਸ਼ਨਾਨ ਕਰਨ ਲਈ ਗਿਆ ਤੇ ਵਾਪਸ ਆਇਆ, ਦੇਖਿਆ ਘਰਵਾਲੀ ਉੱਥੇ ਹੀ ਹੈ ਤੇ ਘਰਵਾਲੀ ਨੂੰ ਸਾਹ ਔਖਾ ਆ ਰਿਹਾ। ਫਟਾਫਟ ਵੈਦ ਜੀ ਕੋਲ ਲੈ ਕੇ ਗਏ ਤੇ ਉਹ ਕਹਿੰਦਾ ਵੀ ਤੇਰੀ ਘਰਵਾਲੀ ਦੇ ਤਾਂ ਅਖੀਰਲੇ ਸਵਾਸ ਨੇ। ਉਹ ਕਹਿੰਦਾ
ਵੀ ਮੈਂ ਵੀ ਨਾਲ ਫੇਰੀ ਇਹਦੇ ਜਾਣਾ, ਮੈਂ ਸਤੀ ਹੋਣਾ। ਪੰਡਤ ਸਾਰੇ ਨਗਰ ਦੇ ਡਰ ਗਏ। ਉਹ ਕਹਿੰਦੇ ਪਤਾ ਨਹੀਂ ਇਹਨੇ ਕਿਹੜੀ ਮਰਿਆਦਾ ਨਵੀਂ ਚੁੱਕ ਲਈ ਹੈ। ਜੇ ਰਾਜੇ ਦੀ ਕੁੜੀ ਦੇ ਨਾਲ ਜਵਾਈ ਆਪਣੇ ਪ੍ਰਾਣ ਤਿਆਗੇਗਾ ਤੇ ਨਵੀਂ ਮਰਿਆਦਾ ਚਲਾ ਦੇਗਾ। ਉਹ ਕਹਿੰਦੇ ਪਰਦੇਸੀ ਏਦਾਂ ਨਾ ਕਰ। ਕਹਿੰਦਾ ਨਹੀਂ, ਮੈਂ ਆਪਣੀ ਘਰਵਾਲੀ ਦੇ ਨਾਲ ਸਤੀ ਹੋਣਾ, ਮੈਨੂੰ ਤੇ ਬੜਾ ਪਿਆਰ ਕਰਦੀ ਆ ਉਹ ਕਹਿੰਦੇ ਵੀ ਚਲੋ ਠੀਕ ਹੈ, ਹੁਣ ਜੇ ਇਹਦਾ ਮਨ ਇਸ ਤਰ੍ਹਾਂ ਦਾ ਹੀ ਹੈ ਤੈਨੂੰ ਇਸ ਤਰ੍ਹਾਂ ਕਰਾ ਦਿੰਨੇ ਆ। ਹੁਣ ਮਰਨ ਤੋਂ ਪਹਿਲਾਂ ਇਸ਼ਨਾਨ ਕਰਾਇਆ ਜਾਂਦਾ। ਉਹ ਕਹਿੰਦੇ ਕਰ ਬਈ ਇਸ਼ਨਾਨ। ਇਸ਼ਨਾਨ ਕਰਨ ਦੇ ਲਈ ਰੱਥ ਤੇ ਚੜ੍ਹ ਕੇ ਦੁਬਾਰਾ ਨਦੀ ਦੇ ਕੋਲ ਪਹੁੰਚਿਆ ਤੇ ਜਦੋਂ ਡੁਬਕੀ ਲਗਾ ਕੇ ਵਾਪਸ ਪਹੁੰਚਿਆ, ਅੱਗੋਂ ਭਗਵਾਨ ਕ੍ਰਿਸ਼ਨ ਰੱਥ ਤੇ ਖੜੇ ਤੇ ਦੇਖਿਆ ਵੀ ਨਾ ਮੇਰੀ ਘਰਵਾਲੀ ਦੀ ਚਿੱਖਾ ਹੈ ਤੇ ਨਾ ਕੋਈ ਅੱਗੋਂ ਕੁਝ ਬੰਦਾ, ਤੇ ਰੋਈ ਜਾਏ ਤੇ ਕਿਹਾ ਮੈਂ ਸਤੀ ਹੋ ਜਾਣਾ, ਸਤੀ ਹੋ ਜਾਣਾ, ਸਤੀ ਹੋ ਜਾਣਾ। ਭਗਵਾਨ ਕ੍ਰਿਸ਼ਨ ਕਹਿੰਦੇ ਵੀ ਤੂੰ ਅਰਜਨ ਹੈ? ਨਹੀਂ, ਮੈਂ ਪਰਦੇਸੀ ਆ। ਕਹਿੰਦੇ ਰੋ ਕਿਉਂ ਰਿਹਾ? ਕਹਿੰਦੇ ਮੇਰੀ ਘਰਵਾਲੀ ਚੜ੍ਹਾਈ ਕਰ ਗਈ। ਉਹ ਕਹਿੰਦੇ ਤੇਰੀ ਘਰਵਾਲੀ ਤਾਂ ਮੇਰੀ ਭੈਣ ਹੈ ਤੇ ਘਰ ਹੈ, ਕਿੱਥੇ ਚੜ੍ਹਾਈ ਕਰ ਗਈ? ਕਿਹਾ ਨਹੀਂ ਮਹਾਰਾਜ, ਤੁਸੀਂ ਕੌਣ ਹੋ? ਕਹਿੰਦੇ ਮੈਂ ਕ੍ਰਿਸ਼ਨ ਆ। ਕਹਿੰਦਾ ਉਹ ਤਾਂ 5000 ਸਾਲ ਪਹਿਲਾਂ ਹੋਏ ਸੀ। ਮਾਇਆ ਨੇ ਭਰਮਾ ਲਿਆ। ਭਗਵਾਨ ਕ੍ਰਿਸ਼ਨ ਨੇ ਖਿੱਚ ਕੇ ਚਪੇੜ ਜ਼ੋਰ ਦੇ ਮਾਰੀ, ਇੱਕਦਮ ਮਾਇਆ ਦਾ ਪ੍ਰਭਾਵ ਉਤਰਿਆ ਤੇ ਆਪਣੇ ਕੱਪੜੇ ਦੇਖੇ, ਹਾਲਤ ਦੇਖੀ ਤੇ ਆਪਣੇ ਰੋਂਦੇ ਆਂਸੂਆਂ ਨੂੰ ਦੇਖਿਆ। ਭਗਵਾਨ ਕ੍ਰਿਸ਼ਨ ਕਹਿੰਦੇ ਹੁਣ ਕੌਣ ਹੈ? ਕਹਿੰਦੇ ਮੈਂ ਅਰਜੁਨ ਹਾਂ। ਉਹ ਕਹਿੰਦੇ ਤੂੰ ਤਾਂ 5000 ਸਾਲ ਕਹਿੰਦਾ ਮੈਂ ਪਹਿਲਾਂ ਚਲਾ ਗਿਆ ਸੀਗਾ। ਭਗਵਾਨ ਕਹਿੰਦੇ ਤੇ ਖਿੰਨ ਹੋਇਆ ਤੇ ਡੁਬਕੀ ਲਾਈ ਤੇ ਬਾਹਰ ਆਇਆ, ਇੰਨੀ ਕੁ ਗੱਲ ਹੋਈ ਆ ਅਜੇ। ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਕਈ ਵਾਰੀ ਕਥਾ ਕਰਦੀ ਹੈ ਨਾ ਗੁਰਦੁਆਰੇ ਦੇ ਅੰਦਰ ਤੇ ਸ਼ੰਕਾ ਹੋ ਜਾਂਦਾ, ਕਹਿੰਦੇ ਭਗਵਾਨ ਕ੍ਰਿਸ਼ਨ ਦੀ ਕਥਾ ਕਰਨ ਲੱਗ ਪਏ ਹੋ। ਖਾਲਸਾ ਜੀ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੈ, ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਉੱਥੇ ਸ਼੍ਰੀ ਭਗਵਾਨ ਲਿਖਿਆ, ਜੇ ਅਸੀਂ ਕਹਿ ਦਿੱਤਾ ਸਾਡੇ ਤੇ ਕਿਉਂ ਸ਼ੰਕਾ ਕਰਦੇ ਹੋ? ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਿਸੇ ਦੀ ਉਸਤਤ ਲਿਖੀ ਹੈ, ਉਹਦਾ ਕਾਰਨ ਵੀ ਲਿਖਿਆ ਉੱਥੇ। ਜੇ ਮਹਾਰਾਜ ਨੇ ਕਿਹਾ ਸਹੰਸਰਦਾਨ ਦੇ ਅੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਉੱਥੇ ਕਾਰਨ ਲਿਖਿਆ ਵੀ ਕਿਉਂ ਰਾਮ ਰੋਇਆ। ਹਰ ਗੱਲ ਦਾ ਕਾਰਨ ਹੈ ਗੁਰਬਾਣੀ 'ਚ। ਸਾਡੇ ਤੇ ਸ਼ੰਕਾ ਨਾ ਕਰਦਿਆ ਕਰੋ, ਸਾਡਾ ਕੰਨ ਨਾ ਬਾਹਰ ਫੜ ਲਿਆ ਕਰੋ, ਸਾਡੇ ਤੋਂ ਮੜ ਜੀ ਬਹਿ ਕੇ ਕਥਾ ਸੰਗਤ 'ਚ ਸੁਣ ਲਿਆ ਕਰੋ। ਸੋ ਰਹੋ ਵਿਚਾਰ। ਉਹ ਇਹ ਖਾਲਸਾ ਜੀ ਮਾਇਆ ਦਾ ਪ੍ਰਭਾਵ ਹੁੰਦਾ। ਜਿਹੜੀ ਮਾਇਆ ਨਾ ਉਹ ਨੱਟਣੀ ਹੈ। ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਨੂੰ ਸਮਝਾ ਰਹੇ ਨੇ, ਕਹਿੰਦੇ ਜੋਗ ਬੈਰਾਗ ਤੇ ਗਿਆਨ ਨੂੰ ਜਿਹੜੀ ਮਾਇਆ ਉਹ ਠੱਗ ਲੈਂਦੀ ਹੈ, ਪਰ ਭਗਤੀ ਇਸਤਰੀ ਲਿੰਗ ਹੈ, ਫੀਮੇਲ ਹੈ, ਫੀਮੇਲ ਨੂੰ ਫੀਮੇਲ ਨਹੀਂ ਠੱਗ ਸਕਦੀ। ਇਸ ਕਰਕੇ ਜਿਹੜੀ ਜੋ ਭਗਤੀ ਕਰਦਾ ਉਸ ਦੇ ਉੱਤੇ ਬੈਰਾਗ, ਜੋਗ ਤੇ ਗਿਆਨ ਨਾਲੋਂ ਜ਼ਿਆਦਾ ਪ੍ਰਭਾਵ ਉਸ ਵਿਅਕਤੀ ਦਾ ਹੁੰਦਾ ਜੋ ਭਗਤੀ ਕਰਦਾ। ਸੋ ਇਹ ਖਾਲਸਾ ਜੀ ਕੱਲ ਮਹਾਰਾਜ ਹੁਣ ਸਮਝਾਣਗੇ। ਉਹਨਾਂ ਨੂੰ ਮਹਾਰਾਜ ਨੇ 4 ਤਰੀਕੇ ਦੱਸਦੇ ਨੇ, ਭਗਤੀ ਸਰਵੋਤਮ ਦੱਸਤੀ ਹੈ। ਕੱਲ ਦੇ ਪ੍ਰਸੰਗ ਦੇ ਅੰਦਰ ਪਾਤਸ਼ਾਹ ਮਹਾਰਾਜ ਦੱਸਣਗੇ ਬਈ ਜੋਗ, ਬੈਰਾਗ ਤੇ ਗਿਆਨ ਤੇ ਭਗਤੀ ਹੋਰ ਕੀ ਹੁੰਦੇ ਨੇ। ਉਹ ਗੱਲ ਕੱਲ ਦੇ ਪ੍ਰਸੰਗਾਂ 'ਚ ਸਰਵਣ ਕਰਾਂਗੇ। ਸਮੇਂ ਵੱਧ ਹੋ ਗਿਆ, ਉਸ ਦੀ ਮਾਫੀ ਚਾਹੁੰਦੇ ਆ ਜੀ। हे गोविंद हे गोपाल हे दयाल लाल, प्राणनाथ नाथ सखे दीन दर्द निवार, हे समराथे अगम पूर्ण मोहे मया तार, अंधकूप महाभयान नानक पार उतार, आए प्रभ शरणागति कृपा निध दयाल, एक अखर हर मन वस्त नानक होत निहाल, फाहे काटे मिटे गवन फते भई मन जीत, नानक गुर ते थित पाई फिरन मिटे नित नीत। वाहिगुरु जी का खालसा, वाहिगुरु जी की फतेह।
ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ